ਇਸ ਨੂੰ ਸਮਰਥਨ ਜਿਹੜਾ ਪੰਜਾਬ ਤੋਂ ਵੀ ਜਿਹੜਾ ਮਿਲਿਆ। ਉੱਥੇ ਦੇ ਇਸ ਟਾਈਮ ਜਿਹੜੇ ਆਗੂ ਚੱਲ ਰਹੇ ਸੀਗੇ ਦੀਪ ਸਿੱਧੂ, ਉਹਨਾਂ ਨੇ ਵੀ ਇਸ ਦੇ ਵਿੱਚ ਹੰਗਾਰਾ ਜਿਹੜਾ ਭਰਿਆ। ਅਤੇ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਬਾਹਰ ਜਿਹੜੇ ਹੋਰ ਸਿੰਗਰ ਸੀਗੇ ਜਾਂ ਹੋਰ ਸੀਗੇ, ਉਹ ਸਾਰੇ ਜਾਣਿਆਂ ਨੇ ਵੀ ਇਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਆ। ਇਹ ਜਿਹੜਾ ਇਕੱਠ ਸੀਗਾ, ਇਸ ਦੇ ਵਿੱਚ ਸਾਰੇ ਹੀ ਭਾਈਚਾਰੇ ਦੇ ਲੋਕ, ਵੱਖ-ਵੱਖ ਕੌਮਾਂ ਦੇ ਜਿਹੜੇ ਲੋਕ ਨੇ ਉਹ ਇਕੱਤਰ ਜਿਹੜੇ ਹੋਏ। ਉਹਨਾਂ ਨੇ ਇਹ ਸਾਰੀ ਸਾਂਝੀ ਜਿਹੜੀ ਗੱਲ ਆ ਉਸ ਨੂੰ ਜਿਹੜਾ ਆ ਅੱਗੇ ਵਧਾਇਆ ਆ। ਅਤੇ ਇਸ ਦਾ ਜਿਹੜਾ ਜ਼ੋਰ ਆ ਪੂਰੀ ਤਰ੍ਹਾਂ ਜਿਹੜਾ ਉਹ ਦੇਖਣ ਨੂੰ ਮਿਲਿਆ। ਨੈਸ਼ਨਲ ਨਿਊਜ਼ ਚੈਨਲ ਫੋਕਸ ਨਿਊਜ਼ ਤੋਂ ਲੈ ਕੇ ਜਿਹੜੇ NPR, KQED ਆ ਅਤੇ ਲੋਕਲ ਨਿਊਜ਼ ਚੈਨਲਸ ਆ, ਉਹਨਾਂ ਦੇ ਵਿੱਚ ਇਹ ਰੈਲੀ ਦੇ ਬਾਰੇ ਚਰਚਾਵਾਂ ਜਿਹੜੀਆਂ ਉਹ ਦੇਖੀਆਂ ਗਈਆਂ। ਇਕੱਲੇ ਜਿਹੜਾ TV ਮੀਡੀਆ ਹੀ ਨਹੀਂ, ਪ੍ਰਿੰਟ ਮੀਡੀਆ ਦੇ ਉੱਤੇ ਵੀ ਜਿਹੜਾ ਇਸ ਦੀ ਝਲਕ ਆ ਉਹ ਦੇਖਣ ਨੂੰ ਮਿਲੀ। ਮਰਕਰੀ ਨਿਊਜ਼, SF ਕ੍ਰੋਨਿਕਲ ਅਤੇ ਹੋਰ ਕਈ ਅਖਬਾਰਾਂ ਦੇ ਵਿੱਚ ਜਿਹੜਾ ਇਸ ਦਾ ਜ਼ਿਕਰ ਆ ਉਹ ਆਇਆ ਹੈਗਾ ਆ। ਕੱਲ੍ਹ ਜਿਹੜੀ ਫਰੈਜ਼ਨੋ ਦੇ ਵਿੱਚ ਇੱਥੇ ਲੋਕਲ ਰੈਲੀ ਸੀ, ਉਸ ਦੀ ਜਿਹੜੀ ਕਵਰੇਜ ਹੈ ਇੱਥੋਂ ਦੇ ਲੋਕਲ ਨਿਊਜ਼ ਚੈਨਲ KSEE ਫਰੈਜ਼ਨੋ ਦੇ, ਉਹਦੇ ਵਿੱਚ ਵੀ ਜਿਹੜੀ ਉਹ ਆਈ ਸੀਗੀ। ਸੋ ਵਧੀਆ ਜਿਹੜਾ ਆ ਓਵਰਆਲ ਰਿਸਪੌਂਸ ਰਿਹਾ। ਅੱਜ ਕੱਲ੍ਹ ਜਿਹੜੀ ਇੱਕ ਟਰੇਸੀ ਇਲਾਕੇ ਦੇ ਵਿੱਚ ਉੱਥੇ ਦੇ ਇੱਕ ਕੌਂਸਲ ਜਿਹੜੇ ਆਈ ਥਿੰਕ ਕਾਂਗਰਸਮੈਨ ਆ, ਉਹਨਾਂ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਅਰਾ ਜਿਹੜਾ ਆ ਉਹ ਮਾਰਿਆ ਹੈਗਾ ਆ। ਸੋ ਥਾਵਾਂ ਤੋਂ ਵੱਖ-ਵੱਖ ਥਾਵਾਂ ਤੋਂ ਜਿਹੜੀ ਆ ਇਸ ਦਾ ਇਹ ਜਿਹੜੀਆਂ ਹੋਈ ਰੈਲੀ ਆ, ਅਤੇ ਜਿਹੜੇ ਫਾਰਮਰ ਪ੍ਰੋਟੈਸਟ ਕਰ ਰਹੇ ਆ ਉਹਨਾਂ ਦਾ ਜਿਹੜਾ ਸਮਰਥਨ ਆ ਉਹ ਉਹਨਾਂ ਨੂੰ ਮਿਲਿਆ ਹੈਗਾ ਆ। ਕੱਲ੍ਹ ਜਦ ਫਰੈਜ਼ਨੋ ਤੋਂ ਕਵਰੇਜ ਕਰ ਰਹੇ ਸੀਗੇ, ਉੱਥੇ ਕਈ ਆਪਾਂ ਨੂੰ ਇੱਥੋਂ ਦੇ ਰਹਿਣ ਵਾਲੇ ਬਸ਼ਿੰਦੇ ਜਿਹੜੇ ਮਿਲੇ। ਉਹਨਾਂ ਨੇ ਕਿ ਇੱਕ ਬੀਬੀ ਤਾਂ ਬਹੁਤ ਭਾਵੁਕ ਜਿਹੜੀ ਉਸ ਦੇ ਵਿੱਚ ਹੋ ਗਈ, ਕਹਿੰਦੀ ਵੀ ਥੈਂਕ ਯੂ ਫਾਰ ਡੂਇੰਗ ਦਿਸ, ਅਸੀਂ ਵੀ ਫਾਰਮਰ ਹਾਂ ਅਤੇ ਅਸੀਂ ਇਸ ਚੀਜ਼ ਨੂੰ ਜਿਹੜਾ ਸਮਝਦੇ ਹਾਂ ਵੀ ਨੋ ਫਾਰਮਰ ਨੋ ਫੂਡ ਦੀ ਜਿਹੜੀ ਇਹ ਗੱਲ ਹੈਗੀ ਆ। ਸੋ ਉਹਨਾਂ ਦਾ ਵੀ ਆਪਾਂ ਜਿਹੜਾ ਉਹ ਧੰਨਵਾਦ ਕਰਦੇ ਹਾਂ। ਕਈ ਜਣਿਆਂ ਨੇ ਪੁੱਛਿਆ ਵੀ ਕੀ ਇਹ ਰੈਲੀ ਜਿਹੜੀ ਹੈ ਕਿਸ ਮਕਸਦ ਦੇ ਨਾਲ ਕਿਉਂ ਜਿਹੜੀ ਇਹ ਕੀਤੀ ਜਾ ਰਹੀ ਆ। ਫਿਰ ਉਹਨਾਂ ਨੂੰ ਸਮਝਾਇਆ ਗਿਆ ਵੀ ਬਿਲਕੁਲ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਇਸ ਟਾਈਮ ਭਾਰਤ ਦੇ ਵਿੱਚ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ, ਉਹਨਾਂ ਨੂੰ ਜਿਹੜਾ ਹੈ ਡੱਕਣ ਦੇ ਲਈ, ਉਹਨਾਂ ਨੂੰ ਵਾਪਸ ਲੈਣ ਦੇ ਲਈ ਇਹ ਪ੍ਰਦਰਸ਼ਨ ਕਰ ਰਿਹਾ ਅਤੇ ਅਸੀਂ ਬਾਹਰ ਬੈਠੇ ਉਹਨਾਂ ਦਾ ਸਮਰਥਨ ਕਰ ਰਹੇ ਹਾਂ ਅਤੇ ਕਹਿੰਦੇ ਵੀ ਫਾਈਟ ਔਨ। ਸੋ ਇਹ ਇੱਦਾਂ ਦਾ ਜਿਹੜਾ ਇੱਥੇ ਜਜ਼ਬਾ ਇੱਥੋਂ ਦੇ ਲੋਕਾਂ ਦਾ ਵੀ ਜਿਹੜਾ ਆ ਉਹ ਦੇਖਣ ਨੂੰ ਮਿਲਿਆ। ਬਹੁਤ ਸਾਰੇ ਟਵਿੱਟਰ ਦੇ ਉੱਤੇ ਲੋਕ ਕਹਿੰਦੇ ਸੀਗੇ, ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਅੱਜ ਲੇਟ ਹੋ ਰਹੇ ਹਾਂ। ਕਹਿੰਦੇ ਸੈਨ ਫਰਾਂਸਿਸਕੋ ਦੇ ਵਿੱਚ ਇਹ ਨੋਰਮਲ ਹੀ ਗੱਲ ਆ, ਇੱਦਾਂ ਦੀ ਵਰਕ ਡੇ ਦੇ ਵਿੱਚ ਜਿਹੜੀ ਥੋੜ੍ਹੀ ਬਹੁਤੀ ਡਿਲੇਜ਼ ਤਾਂ ਜਿਹੜੀਆਂ ਉਹ ਚੱਲਦੀਆਂ ਹੀ ਜਿਹੜੀਆਂ ਉਹ ਰਹਿੰਦੀਆਂ ਨੇ। ਅਤੇ ਕਹਿੰਦੇ ਵੀ ਜਦੋਂ ਅਸੀਂ ਰਿਸਰਚ ਕੀਤੀ ਵੀ ਇਹ ਪ੍ਰੋਟੈਸਟ ਕੇਸ ਕੰਮ ਕਰਕੇ ਉੱਥੇ ਕਰ ਰਹੇ ਨੇ ਅਤੇ ਇਹ ਰੈਲੀ ਕਿਉਂ ਉਹਨਾਂ ਦੇ ਹੱਕ 'ਚ ਹੋ ਰਹੀ ਹੈ, ਅਤੇ ਕਹਿੰਦੇ ਅਸੀਂ ਵੀ ਪੂਰਾ ਇਸ ਦੇ ਵਿੱਚ ਸਾਥ ਸਮਰਥਨ ਜਿਹੜਾ ਉਹ ਦਿੰਦੇ ਹਾਂ। ਇੱਕ ਕੱਲ੍ਹ ਬਾਈਟ ਜਿਹੜੀ ਸਕਾਟਲੈਂਡ ਦੇ ਵਿੱਚੋਂ ਆਈ ਸੀ, ਜਿਹੜੀ ਉੱਥੇ UK ਦੇ ਵਿੱਚ ਜਿਹੜਾ ਉੱਥੇ ਪ੍ਰੋਟੈਸਟ ਹੋਇਆ, ਕਹਿੰਦੇ ਵੀ ਮੇਰੇ ਪਿਤਾ ਜਿਹੜੇ World War II ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਉਹ ਲੜਿਆ ਆ, ਅਤੇ ਕਹਿੰਦੇ ਵੀ ਮੈਂ ਇਹਨਾਂ ਦੇ ਨਾਲ ਆ, ਮੇਰਾ ਪੂਰਾ ਜਿਹੜਾ ਸਮਰਥਨ ਇਹਨਾਂ ਨੂੰ ਹੈਗਾ ਆ। ਸੋ ਪੂਰਾ ਉਹਨਾਂ ਨੇ ਇਸ ਦੇ ਵਿੱਚ ਕਹਿੰਦੇ ਆ ਵੀ ਮੈਂ ਸਾਥ ਦਿੰਦਾ। ਕਹਿੰਦਾ ਆਈ ਐਮ ਹੈਪੀ ਟੂ ਬੀ ਸਟਕ ਇਨ ਦਿਸ ਟ੍ਰੈਫਿਕ। ਸੋ ਇਸ ਤਰੀਕੇ ਦਾ ਜਿਹੜਾ ਆ ਉਹ ਆਪਾਂ ਨੂੰ ਜਿਹੜਾ ਉਹ ਚੀਜ਼ਾਂ ਆ ਉੱਥੋਂ ਸੁਣਨ ਨੂੰ ਦੇਖਣ ਨੂੰ ਓਵਰਆਲ ਮਿਲੀਆਂ। ਸੋ ਬੜਾ ਹੀ ਸ਼ਾਂਤਮਈ ਢੰਗ ਦੇ ਨਾਲ ਓਵਰਆਲ ਜਿਹੜੀ ਇਹ ਰੈਲੀ ਆ ਉਹ ਸੰਪੂਰਨ ਜਿਹੜੀ ਉਹ ਰਹੀ। ਜੀ, ਸੋ ਕੁਛ ਕੁ ਹੈਡਲਾਈਨਸ ਜਿਹੜੀਆਂ ਲੋਕਲ ਮੀਡੀਆ ਨੇ ਕਵਰ ਕੀਤੀਆਂ। ਸੈਨ ਫਰਾਂਸਿਸਕੋ ਦਾ ਜਿਹੜਾ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਨਾਰਥ ਅਮਰੀਕਾ ਦਾ ਇਹ ਪ੍ਰੋਟੈਸਟ ਸੀਗਾ, ਜਿਹਦੇ ਵਿੱਚ 10 ਤੋਂ ਲੈ ਕੇ 12,000 ਦੇ ਕਰੀਬ ਵਹੀਕਲਸ ਜਿਹੜੀਆਂ ਖੁਦ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੀ ਪੁਲਿਸ ਦੀ ਆਰਗੇਨਾਈਜੇਸ਼ਨ ਉਹਨਾਂ ਨੇ ਮੰਨਿਆ। ਮਰਕਰੀ ਨਿਊਜ਼ ਨੇ ਕਿਹਾ ਵੀ 100 ਦੀ ਗਿਣਤੀ 'ਚ ਬੇ ਏਰੀਆ ਦੇ ਜਿਹੜੇ ਰੈਜ਼ੀਡੈਂਟ ਆ ਉਹਨਾਂ ਨੇ ਸਾਥ ਦਿੱਤਾ। ਅਤੇ KQED ਜਿਹੜਾ ਉਹਨੇ ਲਿਖਿਆ ਵੀ ਵਾਈ ਫਾਰਮਰਸ ਡਰੋਵ ਏ ਟਰੈਕਟਰ ਟੂ ਪ੍ਰੋਟੈਸਟ ਐਟ ਦਾ ਇੰਡੀਅਨ ਕੌਂਸੂਲੇਟ ਇਨ ਸੈਨ ਫਰਾਂਸਿਸਕੋ। CVS ਸੈਨ ਫਰਾਂਸਿਸਕੋ ਨੇ ਵੀ ਪ੍ਰੋਟੈਸਟ ਇਨ ਸਪੋਰਟ ਆਫ ਇੰਡੀਅਨ ਫਾਰਮਰਸ ਸਲੋਜ਼ ਟ੍ਰੈਫਿਕ ਔਨ ਬੇ ਬ੍ਰਿਜ। ਅਤੇ ਇੱਦਾਂ ਦੇ ਜਿਹੜੇ ਹੈਡਿੰਗਸ ਆ, ਸੈਨ ਫਰਾਂਸਿਸਕੋ ਓਕਲੈਂਡ ਬੇ ਬ੍ਰਿਜ ਕਲੌਗਡ ਬਾਈ ਪ੍ਰੋਟੈਸਟ। ਇਹ ਜਿਹੜਾ ਸੈਨ ਫਰਾਂਸਿਸਕੋ ਕ੍ਰੋਨਿਕਲ ਸੈਕਰਾਮੈਂਟੋ ਬੀ ਜਿਹੜਾ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਜਿਹੜੇ ਹੈਡਿੰਗ ਲਾਈ ਥਾਊਜ਼ੈਂਡਸ ਰੈਲੀ ਫਰੋਮ ਮਲਟੀਪਲ ਕੈਲੀਫੋਰਨੀਆ ਸਿਟੀਜ਼ ਟੂ ਓਕਲੈਂਡ। ਇਹ ਹੈਡਿੰਗ ਇਸੇ ਤਰ੍ਹਾਂ ਕਾਰ ਕੈਰਾਵਨ ਟੂ ਸਪੋਰਟ ਫਾਰਮਰਸ ਇਨ ਇੰਡੀਆ
blocks traffic on Bay Bridge. Sikh activists float solidarity with Indian farmers on Bay Bridge. ABC7 News ਨੇ KTVU ਨੇ car caravan in support of Indian farmers, rally in solidarity with Indian farmers. ਇਸ ਤਰ੍ਹਾਂ ਦੇ ਜਿਹੜੇ ਹੈਡਲਾਈਨਸ ਆ ਉਹ ਸਾਰੇ ਹੀ ਜਿਹੜੇ ਮੀਡੀਆ ਹੈ ਇੱਥੇ ਦਾ ਲੋਕਲ, ਚਾਹੇ ਉਹ ਰੇਡੀਓ ਸੀ, ਚਾਹੇ ਉਹ ਨਿਊਜ਼ਪੇਪਰ ਸੀ, ਚਾਹੇ ਉਹ ਟੀਵੀ ਸੀ, ਉਹਨਾਂ ਨੇ ਕਵਰ ਕੀਤਾ। ਜਦੋਂ ਕਿ ਜਿਹੜਾ ਹਿੰਦੁਸਤਾਨ ਦਾ ਮੇਨ ਸਟ੍ਰੀਮ ਮੀਡੀਆ ਹਜੇ ਵੀ ਉਹ ਕਵਰ ਨਹੀਂ ਕਰ ਰਿਹਾ, ਜਾਂ ਉਹ ਇਹੀ ਸ਼ੋਅ ਕਰ ਰਿਹਾ ਜੀ ਇਹ ਜਿਹੜੇ ਇਹ ਅੱਤਵਾਦੀ ਆ, ਖਾਲਿਸਤਾਨੀ ਆ, ਵੱਖਵਾਦੀ ਹੈਗੇ ਆ। ਸੋ ਹਜੇ ਵੀ ਉਹ ਇਦਾਂ ਦਾ ਪ੍ਰਚਾਰ ਕਰ ਰਿਹਾ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਰਾਜਕਨਵੀਰ ਸਿੰਘ ਜੀ, ਈਵਨ ਕੈਲੀਫੋਰਨੀਆ 'ਚ ਦੇਖੋ ਕਈ ਹਜ਼ਾਰਾਂ ਦੀ ਗਿਣਤੀ 'ਚ ਲੋਕ ਗਏ ਆ। ਪਹਿਲੀ ਵਾਰੀ ਮੈਂ ਖੁਦ ਮੈਨੂੰ 32 ਸਾਲ ਹੋ ਗਿਆ ਰਹਿੰਦੇ USA ਦੇ ਵਿੱਚ, ਪਹਿਲੀ ਵਾਰੀ ਮੈਂ ਖੁਦ ਦੇਖਿਆ ਪਈ 1 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ, ਬੀਬੀਆਂ, ਬੱਚੇ, ਪਰਿਵਾਰਾਂ ਸਮੇਤ ਬਹੁਤ ਹੀ ਜ਼ਿਆਦਾ ਆਪਣੀਆਂ ਜਿਹੜੀਆਂ ਕੁੜੀਆਂ ਸੀਗੀਆਂ ਉਹ ਉਹਨਾਂ ਨੇ ਇਹਦੇ ਵਿੱਚ ਲੇਡੀਜ਼ ਨੇ ਪਾਰਟਿਸਿਪੇਟ ਕੀਤਾ। ਤੇ ਹਜੇ ਵੀ ਜਿੰਨੇ ਇਹ ਨਿਊਜ਼ਪੇਪਰ ਆ ਉਹਨਾਂ ਦੇ ਜਿਹੜੇ ਆਰਟੀਕਲਸ ਆ ਜਾਂ ਟੀਵੀ ਦੇ, ਉਹਨਾਂ ਦੇ ਥੱਲੇ ਜਾ ਕੇ BJP ਦਾ ਜਿਹੜਾ IT ਸੈੱਲ ਆ ਉਹ ਉਹਨਾਂ ਨੂੰ ਨਕਾਰ ਰਿਹਾ। ਉਹ ਕਹਿ ਰਿਹਾ ਵੀ ਨਹੀਂ ਜੀ ਇਹ ਤਾਂ ਇੰਡੀਆ ਦੇ ਜਿਹੜੇ ਐਂਟੀ ਬੰਦੇ ਆ ਉਹ ਪ੍ਰੋਟੈਸਟ ਕਰ ਰਹੇ ਆ। ਦੇਖੋ ਉਹ ਦੇਖੋ ਕਿੰਨੇ ਐਕਟਿਵ ਆ। ਆਪਣੇ ਜਿਹੜਾ ਤੁਸੀਂ ਦੇਖ ਲਿਆ ਹੁਣ, ਆਪਣਾ ਇੱਥੇ ਦਾ ਮੀਡੀਆ ਵੀ ਕਿੰਨਾ ਕਵਰ ਕਰਨ ਵਾਲਾ ਸੀ, ਕਿੰਨੀ ਕੁ ਨਹੀਂ ਤੁਹਾਨੂੰ ਕਵਰੇਜ ਦਿੱਤੀ ਆ ਜਿਹਨੂੰ ਤੁਸੀਂ ਰੋਜ਼ ਦੇਖਦੇ ਆ, ਸੁਣਦੇ ਆ। ਪੰਜਾਬੀ ਰੇਡੀਓ USA ਵੱਲੋਂ ਅਸੀਂ ਕੱਲੇ ਸੈਚਰਡੇ ਮੈਂ ਕਾਊਂਟ ਕਰ ਰਿਹਾ ਸੀ 14 ਘੰਟੇ ਦੇ ਕਰੀਬ ਕਵਰੇਜ ਕੀਤੀ ਹੈਗੀ ਆ। ਸਾਡੀ ਜਿਹੜੀ ਕਵਰੇਜ ਆ, ਆਪਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਸਾਡੀ ਟੀਮ ਮੈਂਬਰ ਸੀਗੇ। ਸਭ ਤੋਂ ਪਹਿਲਾਂ 6:20 ਤੇ ਜਿਹੜੀ ਕਵਰੇਜ ਆ ਪ੍ਰਭਜੋਤ ਸਿੰਘ ਧਾਮੀ ਜਿਹੜੇ ਉਹਨਾਂ ਨੇ ਬੇਕਰਸਫੀਲਡ ਤੋਂ ਸ਼ੁਰੂ ਕੀਤੀ। ਉਸ ਤੋਂ ਬਾਅਦ ਰਮਨ ਢਿੱਲੋਂ ਹੋਣੀ, ਮੈਂ ਖੁਦ ਤੇ ਰਾਜਕਨਵੀਰ ਸਿੰਘ ਜੀ ਅਸੀਂ ਫ੍ਰਿਜ਼ਨੋ ਤੋਂ, ਕੁਲਵੀਰ ਸਿੰਘ ਹੋਣੀ ਟਰੇਸੀ ਤੋਂ, ਅਮਰਪਾਲ ਸਿੰਘ ਝੱਟੂ ਹੋਣੀ ਸੈਕਰਾਮੈਂਟੋ ਤੋਂ, ਇਸੇ ਤਰ੍ਹਾਂ ਸਤਨਾਮ ਸਿੰਘ ਹੋਣੀ ਜੁੱਬਾ ਸਿਟੀ ਤੋਂ, ਹਰਿੰਦਰ ਸਿੰਘ ਕੰਗ ਹੋਣੀ ਬੇਰੀਏ ਤੋਂ, ਫਰੀਮੌਂਟ ਤੋਂ, ਤੇ ਸੈਨ ਫਰਾਂਸਿਸਕੋ ਅੰਬੈਸੀ ਦੇ ਸਾਹਮਣੇ। ਤੇ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਜਿੱਥੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਦੂਰ ਦਰਾਡੇ ਜਿਹੜੇ ਮਰਜ਼ੀ ਮੁਲਕ 'ਚ ਆ, ਸੋ ਸਾਰੀਆਂ YouTube, ਸਾਰੀਆਂ ਪਿਕਚਰਾਂ, ਸਾਰਾ ਕੁਝ Facebook ਤੇ ਪਿਆ। ਹਜੇ ਵੀ ਤੁਸੀਂ ਵੱਧ ਤੋਂ ਵੱਧ ਇੰਡੀਆ ਨੂੰ ਵੀ ਜਿਹੜੇ ਉੱਥੇ ਪਾਰਟਿਸਿਪੇਟ ਕਰ ਰਹੇ ਆ ਵੱਧ ਤੋਂ ਵੱਧ ਭੇਜੋ, ਵੱਧ ਤੋਂ ਵੱਧ ਸ਼ੇਅਰ ਹੋਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਅਮਰੀਕਾ ਦੇ ਜਿੰਨੇ ਵੀ ਪੰਜਾਬੀ ਹੈਗੇ ਆ। ਸੋ ਕੱਲਾ ਇੱਥੇ ਪੰਜਾਬੀ ਨਹੀਂ ਸੀ ਰਾਜਕਨਵੀਰ ਸਿੰਘ ਜੀ, ਅਸੀਂ ਦੇਖਿਆ ਹਰਿਆਣਵੀ, ਹੋਰ ਹਿੰਦੂ ਪਰਿਵਾਰ, ਤੇ ਈਵਨ ਪਾਕਿਸਤਾਨ ਦਾ ਵੀ ਇੱਕ ਅਸੀਂ ਝੰਡਾ ਦੇਖਿਆ, ਉਹਨੇ ਖਾਲਸਿਆਂ ਦਾ ਝੰਡਾ ਲਾਇਆ ਸੀ ਨਾਲ ਪਾਕਿਸਤਾਨ ਦਾ ਝੰਡਾ, ਵੀ ਅਸੀਂ ਸਪੋਰਟ ਕਰ ਰਹੇ ਹਾਂ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੁਸਤਾਨ ਦੇ ਵਿੱਚ ਕਿਸਾਨ ਆ, ਜਿਹੜਾ ਇੱਕੋ ਇੱਕ ਮੁੱਦਾ ਉਹਨਾਂ ਦਾ ਆਰਥਿਕ ਹੈਗਾ, ਉਸ ਮੁੱਦੇ ਤੇ ਪ੍ਰੋਟੈਸਟ ਕਰ ਰਿਹਾ, ਉਹਦਾ ਸਾਥ ਦਿੱਤਾ। ਜੀ ਬਿਲਕੁਲ। ਓਕਲੈਂਡ ਤੋਂ ਦਿਲਪ੍ਰੀਤ ਸਿੰਘ ਖਾਲਸਾ ਅਤੇ ਗੁਰਸਿਮਰਨ ਸਿੰਘ ਉਹਨਾਂ ਨੇ ਜਿਹੜੀ ਆ ਪੂਰੀ ਕਵਰੇਜ ਆ ਉੱਥੋਂ ਜਿਹੜੀ ਉਹ ਪੇਸ਼ ਕੀਤੀ। ਸੋ ਸਾਰਿਆਂ ਦਾ ਹੀ ਅਸੀਂ ਤਹਿ ਦਿਲੋਂ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ ਵੀ ਉਹਨਾਂ ਨੇ ਜਿਹੜਾ ਉਹ ਇਸ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹ ਸਾਥ ਦਿੱਤਾ ਆ। ਅਤੇ ਤੁਸੀਂ ਵੀ ਜ਼ਰੂਰ ਜਿਹੜੇ ਪਹੁੰਚੇ ਸੀਗੇ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਜ਼ਰੂਰ ਤੁਸੀਂ ਸਾਂਝੇ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408 272 5200 4082725200 ਦੇ ਉੱਤੇ। ਅਤੇ ਓਵਰਆਲ ਜਿਹੜੀ ਆ ਉਹ ਕਾਫੀ ਜ਼ਿਆਦਾ ਇਹ ਸਫਲਤਾਪੂਰਵਕ ਰੈਲੀ ਰਹੀ। ਇੱਕ ਜਿਹੜੇ ਕੁਛ ਕੁ ਲੋਕਾਂ ਨੂੰ ਨਿਰਾਸ਼ਾ ਇਸ ਲਈ ਰਹੀ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਕੌਂਸਲੇਟ ਦੇ ਮੂਹਰੇ, ਅੰਬੈਸੀ ਦੇ ਮੂਹਰੇ ਜਿਹੜੀ ਸਟਰੀਟ ਆ ਉਹ ਬੰਦ ਹੋ ਗਈ ਸੀਗੀ, ਅਤੇ ਉਹ ਬੰਦ ਹੋਣ ਕਰਕੇ ਕਾਫੀ ਲੋਕ ਉਸ ਦੇ ਅੰਬੈਸੀ ਦੇ ਮੂਹਰਿਓਂ ਜਾਣ ਤੋਂ ਜਿਹੜੇ ਆ ਉਹ ਕਾਮਯਾਬ ਨਾ ਰਹਿ ਸਕੇ। ਉਹ ਉਹਨਾਂ ਨੂੰ ਜ਼ਰੂਰ ਥੋੜ੍ਹੀ ਜਿਹੀ ਇਸ ਦੀ ਨਿਰਾਸ਼ਾ ਹੋਈ, ਪਰ ਓਵਰਆਲ ਸਾਰਾ ਕੁਛ ਬਹੁਤ ਹੀ ਪੋਜ਼ੀਟਿਵ, ਬਹੁਤ ਹੀ ਵਧੀਆ ਜਿਹੜਾ ਆ ਉਹ ਰਿਹਾ ਹੈਗਾ ਆ। ਜੀ ਸੋ ਬਿਲਕੁਲ, ਜਿਹੜੇ ਸਰੋਤੇ, ਜਿਹੜੇ ਪਾਰਟੀਸਪੈਂਟ ਵੀ ਸੀਗੇ, ਉਹ ਆਪਾਂ ਜੇ ਦੱਸਦੇ ਜਾਈਏ ਰਿਵਰ ਸਾਈਡ ਕੈਲੀਫੋਰਨੀਆ ਤੋਂ, ਲਾਸ ਐਂਜਲਸ ਤੋਂ, ਬੇਕਰਸਫੀਲਡ, ਇੱਧਰੋਂ ਰੈਡਿੰਗ ਤਾਈਂ ਜਿਹੜੇ ਦੂਰ ਦਰਾਡੇ ਤੋਂ ਆਏ ਹੋਏ ਸੀ। ਸੋ ਸਾਰੇ ਹੀ ਜਿਹੜੇ ਪਾਰਟੀਸਪੈਂਟ ਸੀ ਉਹਨਾਂ ਦਾ ਧੰਨਵਾਦ। ਬਹੁਤ ਸਾਰੀਆਂ ਫਨੀ ਗੱਲਾਂ ਵੀ ਉੱਥੇ ਹੋਈਆਂ। ਇੱਕ ਹੋਮਲੈਸ ਬੰਦਾ ਜਿਹੜਾ ਆ ਬੇ ਬ੍ਰਿਜ ਦੇ ਥੱਲੇ ਐਂਟਰੈਂਸ ਕੋ ਖੜਾ ਸੀ, ਉਹਨੇ ਪੋਸਟਰ ਲਿਖਿਆ ਸੀ ਉਹਦੇ ਤੇ ਵੀ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ। ਸੋ ਆਪਣੇ ਲੋਕਾਂ ਨੇ ਉਹਨੂੰ ਪੈਸੇ ਵੀ ਬਹੁਤ ਦਿੱਤੇ, ਹੋਰ ਫੂਡ ਸਾਰਾ ਕੁਛ। ਇਸੇ ਤਰ੍ਹਾਂ ਅਸੀਂ ਅੰਬੈਸੀ ਦੇ ਕੋਲ ਜਦੋਂ ਪਹੁੰਚੇ, ਇੱਕ ਚਾਈਨੀਜ਼ ਮੂਲ ਦਾ ਬੰਦਾ ਖੁਦ ਮੁਹਾਰੇ ਆਪਣੇ ਆਪ ਘਰੋਂ ਬਾਹਰ ਨਿਕਲ ਕੇ ਕਹਿੰਦਾ ਵੀ ਮੋਦੀ ਸ਼ੁੱਡ ਰਿਜ਼ਾਈਨ। ਸੋ ਇੱਦਾਂ ਦੇ ਵੀ ਜਿਹੜੀਆਂ ਬਹੁਤ ਗੱਲਾਂ ਬਾਤਾਂ ਉੱਥੇ ਹੋਈਆਂ। ਜੀ ਬਿਲਕੁਲ। ਸੋ ਤੁਸੀਂ ਵੀ ਸਰੋਤੇ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ। ਨੰਬਰ 408 272
5200 ਦੇ ਉੱਤੇ। ਅਤੇ ਮਿਸ਼ੀਗਨ ਦੇ ਵਿੱਚ ਵੀ ਵੀਕਐਂਡ ਦੇ ਉੱਤੇ ਜਿਹੜੀ ਉਹ ਰੈਲੀ ਹੋਈ ਸੀ। ਟੈਕਸਸ ਦੇ ਵਿੱਚ ਉੱਥੇ ਵੀ ਜਿਹੜੀ ਉਹ ਹੋਈ ਸੀ। ਅਗਲੇ ਵੀਕਐਂਡ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਹੈ ਸੈਨ ਡੀਏਗੋ ਵਾਲੇ ਵੀ ਕਰ ਰਹੇ ਆ ਜੇ, ਬਹੁਤ ਥੋੜ੍ਹੇ ਲੋਕ ਉੱਥੇ ਰਹਿੰਦੇ ਨੇ ਪਰ ਫਿਰ ਵੀ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰਨਗੇ। ਅਤੇ ਆਪਣੇ ਨਾਲ ਮਿਸ਼ੀਗਨ ਤੋਂ ਹੀ ਜੁੜੇ ਨੇ ਸੰਦੀਪ ਹੁਣੀ, ਇਹ ਜਿਹੜੀ ਉਹ ਜਾਣਕਾਰੀ ਆ ਉਹ ਆਪਾਂ ਨੂੰ ਉੱਥੋਂ ਦੀ ਰੈਲੀ ਬਾਰੇ ਦੱਸਣਗੇ। ਸੰਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸੰਚਾਰ ਕਰ ਸਰੋਤਿਆਂ ਸਾਰਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਿਲਕੁਲ ਜੀ, ਸਾਡੇ ਵੀ ਉੱਥੇ ਮਿਸ਼ੀਗਨ ਵਿੱਚ, ਸਾਡੇ ਕੈਂਟਨ ਮਿਸ਼ੀਗਨ ਵਿੱਚ, ਤੇ ਉੱਥੇ ਜਿਹੜੇ ਲੋਕਲ ਆਰਗੇਨਾਈਜ਼ਰ ਸੀਗੇ ਸਾਰੇ ਵਾਲੰਟੀਅਰ ਸੀਗੇ, ਕਿਸੇ ਸੰਸਥਾ ਜਾਂ ਕਿਸੇ ਵੱਲੋਂ ਨਹੀਂ ਸੀਗੀ, ਸਾਰੇ ਵਾਲੰਟੀਅਰ ਸੀਗੇ। ਉਹਨਾਂ ਨੇ ਰੈਲੀ ਦਾ ਪਹਿਲਾਂ ਉਹਨਾਂ ਨੇ ਪਾਰਕ ਵਿੱਚ ਉੱਥੇ ਸਪੀਚਸ ਦਿੱਤੀਆਂ ਵਾ, ਤੇ ਉਸ ਤੋਂ ਬਾਅਦ ਵਿੱਚ ਫਿਰ ਰੈਲੀ ਵੀ ਕੀਤੀ ਆ। 400 ਤੋਂ ਪਲੱਸ ਕਾਰ ਹੋ ਗਈ ਸੀਗੀ ਸਿਰਫ 3 ਦਿਨ ਦੇ ਸੁਨੇਹੇ ਦੇ ਨਾਲ। 3 ਦਿਨ ਪਹਿਲਾਂ ਹੀ ਸੁਨੇਹਾ ਦਿੱਤਾ ਸੀ ਤੇ ਉਸ ਤੋਂ ਪਹਿਲਾਂ ਉਹਦੇ ਨਾਲ ਹੀ ਉੱਥੇ 400 ਕਾਰ ਹੋ ਗਈ ਸੀਗੀ। ਤੇ ਲੋਕੀ ਬਾਬਾ ਉੱਥੇ ਮੀਡੀਆ ਨੇ ਵੀ ਬਹੁਤ ਕਵਰ ਕੀਤਾ। ਇੱਥੇ 3-4 ਜਿਹੜੇ ਇੰਗਲਿਸ਼ ਚੈਨਲ ਨੇ ਉਹਨਾਂ ਨੇ, ਆਪਣੇ ਨਿਊਜ਼ਪੇਪਰ ਨੇ ਵੀ ਕਵਰ ਕੀਤਾ। ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇੱਥੇ ਜਿਹੜੀ ਗੱਲ ਸੀਗੀ ਕਿ ਉੱਥੇ ਮੋਸਟਲੀ ਜਿਹੜੇ ਸੀਗੇ ਉਹ ਡਾਕਟਰ ਜਾਂ ਇੰਜੀਨੀਅਰ ਜਾਂ ਉਸ ਤਬਕੇ ਦੇ ਪ੍ਰੋਫੈਸ਼ਨਲ ਤਬਕੇ ਦੇ ਲੋਕੀ ਸੀਗੇ, ਜਿਹੜੇ ਆਪਣੇ ਉਹ ਇੱਥੇ 10-10 ਸਾਲ ਦੇ ਸੀਗੇ ਉਦੋਂ ਆ ਗਏ। ਆ ਡਾਕਟਰ ਸੀਗੀ, ਇੱਕ ਡਾਕਟਰ ਉਹ ਇੱਥੇ ਆ ਗਏ ਨੇ ਸੀਗੇ 10 ਸਾਲ ਦੇ। ਤੋਂ ਬਾਅਦ ਵਿੱਚ ਵੀ ਉਹਨਾਂ ਦੇ ਜਿਹੜੇ ਰੂਟਸ ਆ, ਉਹਨਾਂ ਦੇ ਜਿਹੜਾ ਉਹਨਾਂ ਦਾ ਪਿਛੋਕੜ ਆ ਉਹ ਭੁੱਲੇ ਨਹੀਂ ਆ। ਬੱਚੇ ਸੀਗੇ ਛੋਟੇ ਤੋਂ ਬੱਚੇ ਤੋਂ ਲੈ ਕੇ ਇੱਕ ਬੀਬੀ ਜੀ ਆਪਣੇ ਵੀਲ ਚੇਅਰ। ਇੱਥੇ ਇੱਕ ਹੋਰ ਗੱਲ ਦੱਸ ਦੇਵਾਂ, ਇਹ ਕਿਉਂ ਇਹ ਮੈਂ ਸਾਰਾ ਦੱਸ ਰਿਹਾ ਕਿ ਉਸ ਦਿਨ ਸਾਡੇ ਇੱਥੇ 32 ਟੈਂਪਰੇਚਰ ਸੀਗਾ, ਥੋੜ੍ਹੀ ਹਵਾ ਵੀ ਚੱਲਦੀ ਸੀ ਤੇ 32 ਟੈਂਪਰੇਚਰ ਸੀਗਾ, ਠੰਡ ਸੀਗੀ ਪੂਰੀ ਪੱਧਰੇ। ਬਾਹਰ ਪਾਰਕ ਵਿੱਚ ਅਸੀਂ ਇਕੱਠੇ ਹੋਏ ਸੀਗੇ। ਤੇ ਇਹ ਜਿਹੜਾ ਜੀ ਬਹੁਤ ਵਧੀਆ, ਇੱਥੇ ਸ਼ਾਇਦ ਫਿਰ ਜੇ ਉਪਰਾਲਾ ਕਰੀਏ, ਰੈਲੀ ਕਰੀਏ, ਜੇ 9 ਤਰੀਕ ਨੂੰ ਜੇ ਪਤਾ ਨਹੀਂ ਚੱਲਦਾ ਕੀ ਬਣਦਾ, ਤੇ ਜੇ ਨਾ ਬਿੱਲ ਵਾਪਸ ਹੋਏ ਤੇ ਸ਼ਾਇਦ ਅਸੀਂ ਇੱਥੇ ਜਿਹੜੇ ਆ ਕਿ ਅਸੀਂ ਜਿਹੜਾ ਇੱਥੇ ਕਾਉਂਸਲੇਟ ਇੱਥੇ ਵੀ ਹੈਗੇ ਡਿਟਰੋਇਟ ਵੱਲ, ਉਹ ਉੱਥੇ ਫਿਰ ਅਸੀਂ ਕਰਾਂਗੇ ਤੇ ਉਦੋਂ ਤੁਹਾਨੂੰ ਜ਼ਰੂਰ ਦੱਸਾਂਗੇ। ਪਰ ਅਸੀਂ ਦੇਖਿਆ, ਅਸੀਂ ਸਾਰਿਆਂ ਨੇ ਦੇਖਿਆ ਉੱਥੇ ਕੈਲੀਫੋਰਨੀਆ ਦਾ ਵੀ, ਤੇ ਬਹੁਤ ਵਧੀਆ ਲੱਗਿਆ ਕਿ ਇੰਨੇ ਆਪਣੇ ਯੰਗਰ ਜਨਰੇਸ਼ਨ ਜਿਹੜੀ ਆ ਉਹ ਇਨਵੋਲਵ ਹੋਈ ਆ। ਤੇ ਬਸ ਇੰਨੀਆਂ ਬੇਨਤੀਆਂ ਸੀ ਕਿ ਕਿਸਾਨ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਜੀ, ਆਪਣੇ ਨਾਲ ਅਗਲੇ ਕਾਲਰ ਨੇ ਜੁੜੇ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗੁਰਪ੍ਰੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ ਆਪਣਾ ਜਿੱਦਾਂ ਉਦਣ ਦੇ ਹਾਵ ਭਾਵ ਸਾਰਿਆਂ ਨਾਲ ਸੰਗਤ ਨਾਲ ਜ਼ਾਹਰ ਕਰਨਾ ਚਾਹੁੰਦੀ ਹਾਂ ਕਿ ਪਹਿਲਾਂ ਤਾਂ ਇਹੀ ਆ ਵੀ ਸਾਨੂੰ ਆਸ ਹੀ ਨਹੀਂ ਸੀ ਕਿ ਇੰਨੇ ਜ਼ਿਆਦਾ ਸੰਗਤ ਦਾ ਇਕੱਠ ਹੋਊਗਾ। ਸੈਕਰਾਮੈਂਟੋ ਤੋਂ ਮੇਰੇ ਮੁਤਾਬਕ 200 ਤੋਂ ਜ਼ਿਆਦਾ ਕਾਰ ਨਿਕਲੀ ਆ ਜੀ। ਬਾਕੀ ਬਾਅਦ ਵਿੱਚ ਹੁਣ ਇੱਦਾਂ ਲੱਗਦਾ ਕਿ ਫਲਾਇਰ ਹੋਰ ਬਣਾਉਣੇ ਚਾਹੀਦੇ ਸੀ, ਕਿਉਂਕਿ 1 ਘੰਟੇ ਦੇ ਵਿੱਚ ਜਿੰਨਾ ਕੁ ਸਾਡੇ ਕੋਲ ਮਟੀਰੀਅਲ ਸੀ 300 ਤੋਂ ਜ਼ਿਆਦਾ ਮੇਰੇ ਮੁਤਾਬਕ ਫਲਾਇਰ ਸੀ। 50-60 ਦੀ ਮੇਰੀ ਕੰਟਰੀਬਿਊਸ਼ਨ ਸੀ। ਇੱਕ ਹੋਰ ਜੌਨ ਬੰਗਾ ਤੇ ਇੰਦਰਜੀਤ ਗਰੇਵਾਲ ਆਏ ਸੀ, ਉਹ ਲੈ ਕੇ ਆਏ ਸੀ। ਹੋਰ ਵੀ ਇੱਕ ਕਿਸੇ ਨੇ ਦੇ ਕੇ ਗਏ ਸੀ ਥੋੜ੍ਹੇ, ਪਰ ਜਿੱਦਾਂ ਸ਼ਾਇਦ ਅਸੀਂ ਪ੍ਰਪੇਅਰ ਨਹੀਂ ਸੀ ਮੈਂਟਲੀ, ਜਾਂ ਸਾਨੂੰ ਆਸ ਨਹੀਂ ਸੀ, ਜਾਂ ਕੁਛ ਇੱਦਾਂ ਕੋਈ ਡਾਟਾ ਫਿਕਰ ਨਹੀਂ ਸੀ ਇਕੱਠਾ ਕੀਤਾ ਗਿਆ। ਬਾਕੀ ਹਰਜੀਤ ਹੋਣਾ ਦਾ ਪ੍ਰੋਗਰਾਮ ਬਹੁਤ ਵਧੀਆ ਸੀ। ਇੱਕ ਹੋਰ ਉੱਥੇ ਪ੍ਰੋਬਲਮ ਆਈ ਸੀ, ਸ਼ਾਇਦ ਸਾਨੂੰ ਉਹ ਵੀ ਸ਼ੇਅਰ ਕਰ। ਹੈਲੋ ਜੀ ਜੀ, ਤੁਸੀਂ ਸੁਣ ਰਹੇ? ਓਕੇ, ਹਾਂਜੀ। ਉੱਥੇ ਨਾ ਇੱਕ ਹੋਰ ਪ੍ਰੋਬਲਮ ਆਈ ਸੀ, ਉਹ ਮੈਂ ਦੱਸਣਾ ਚਾਹਾਂਗੀ। ਤਾਂ ਤੁਸੀਂ ਕਿਉਂਕਿ ਮੋਰੇ ਰਿਪਰੇਜ਼ੈਂਟ ਕਰਦੇ ਆ ਕਿ ਜਿਹੜਾ 49er ਵਾਲਿਆਂ ਨੇ ਵੀ ਓਬਜੈਕਸ਼ਨ ਕੀਤਾ, ਤੇ ਇਹਨਾਂ ਨੇ ਸੈਕਰਾਮੈਂਟੋ ਪੁਲਿਸ ਨੇ ਵੀ ਇਤਰਾਜ਼ ਕੀਤਾ ਕਿ ਸਾਡੇ ਕੋਲ ਕੋਈ ਜਿੱਦਾਂ ਇਨਫੋਰਮੇਸ਼ਨ ਨਹੀਂ ਆਈ ਉਹ ਹੈਗੀ ਵੀ ਇੱਥੇ ਦੁਨੀਆ ਇਕੱਠੀ ਹੋ ਗਈ, ਟ੍ਰੈਫਿਕ ਜਾਮ ਹੋ ਗਿਆ, ਗੋਰੇ ਅਪਸੈਟ ਹੋ ਗਏ, ਹੈ ਨਾ। ਤਾਂ ਸੋ ਇਸ ਗੱਲ ਦਾ ਵੀ ਥੋੜਾ ਜਿਹਾ ਗਾਂ ਤੋਂ ਖਿਆਲ ਰੱਖ ਲੈਣ ਵੀ ਜੇ ਇੱਦਾਂ ਦੇ ਕੁਛ ਇੱਥੇ ਮੈਂ ਤੁਹਾਨੂੰ ਕਰੈਕਟ ਕਰਦਾ, ਆਲਰੇਡੀ ਸੈਨ ਫਰਾਂਸਿਸਕੋ ਪੁਲਿਸ ਨੂੰ ਦੱਸਿਆ ਗਿਆ ਸੀ। ਸੈਨ ਫਰਾਂਸਿਸਕੋ ਪੁਲਿਸ ਦੇ ਵਿੱਚ ਤੁਹਾਡੇ ਨਾਮ ਵਾਲਾ ਹੀ ਆਪਣਾ ਮੁੰਡਾ ਉੱਥੇ ਕਾਫੀ ਹਾਈ ਪੋਜੀਸ਼ਨ ਤੇ ਹੈਗਾ ਆ, ਗੁਰਪ੍ਰੀਤ ਸਿੰਘ। ਸੋ ਉਹਨ ਆਲਰੇਡੀ ਦੱਸਿਆ ਸੀ, ਪਰ ਦੱਸਿਆ ਇਹ ਗਿਆ ਸੀ ਵੀ 2000 ਕਾਰ ਹੋਊਗੀ। ਸੋ ਜਿਹੜੇ ਪ੍ਰਬੰਧਕ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਇੰਨੀ ਜ਼ਿਆਦਾ ਹੋ ਜਾਣੀ ਆ, ਸੋ ਤਾਂ ਕਰਕੇ ਜਿਹੜਾ ਆ ਜ਼ਿਆਦਾ ਕਲੌਗ ਹੋਇਆ, ਪਰ ਸਾਰਾ ਕੁਝ ਇਨਫੋਰਮ ਤਾਂ ਕੀਤਾ ਗਿਆ ਸੀ। ਹਾਂ ਨਹੀਂ, ਮੈਂ ਸੈਕਰਾਮੈਂਟੋ ਦੀ ਗੱਲ ਕਰਦੀ ਹਾਂ, ਤਾਂ ਇਸੇ ਕਰਕੇ ਪਲਾਜ਼ੇ ਵਾਲੇ ਵੀ ਥੋੜੇ ਅਪਸੈਟ ਹੋ ਗਏ ਤੇ CHP ਵੀ ਅਪਸੈਟ ਹੋ ਗਏ। ਤਾਂ ਇੱਕ ਮੈਂ ਫੇਰ ਦੁਬਾਰਾ ਬੇਨਤੀ ਕਰਨੀ ਹੈ ਕਿ ਮੇਰੇ ਭੈਣ ਭਰਾ ਆ, ਛੋਟੇ ਹੈਗੇ ਆ, ਇਹ ਹੋ ਜਾਂਦੇ ਰਹੇ ਤੱਕ ਕੁਦਰਤੀ, ਫਿਰ ਨੈਚੁਰਲ ਇਹ ਆਊਟ ਆਫ ਕੰਟਰੋਲ ਹੋਏ ਆ। ਇਹਨੀ 2-3 ਟ੍ਰੈਫਿਕ ਜਿਹੜਾ ਸੀ ਸਾਈਡ ਵਾਲਾ, ਇੱਕ ਕਾਰ ਨੂੰ ਹੀ ਸਾਈਡ ਨਹੀਂ ਦਿੱਤੀ ਬੀਬੀਆਂ ਪਿਆਰਿਆਂ ਨੇ। ਇਹਨਾਂ ਨੂੰ ਫੇਰ ਦੱਸੋ ਕਿ ਭਾਈ ਪਲੀਜ਼ ਉਹਨਾਂ ਨੂੰ ਸਾਈਡ ਜ਼ਰੂਰ ਦਿਓ। ਬਾਕੀ ਉਹਦਾ ਕੋਈ ਕੰਪਲੇਂਟ ਨਹੀਂ, ਕੋਈ ਸ਼ਿਕਾਇਤ ਨਹੀਂ ਹੈਗੀ। ਬਹੁਤ ਵਧੀਆ ਸੀ, ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇਵੇ। ਤਾਂ ਮੈਂ ਤਾਂ ਉਹਨਾਂ ਦੇ ਹੌਸਲੇ ਨੂੰ ਨਤਮਸਤਕ ਕਰਦੀ ਹਾਂ ਕਿ ਜਦੋਂ ਮੈਂ ਫਲਾਇਰ ਬਣਾ ਕੇ ਡਿਫਰੈਂਟ ਲੈ ਕੇ ਗਈ ਸੀ,
ਕਿ ਉਹ ਇੱਦਾਂ ਨਾ ਸੋਚਣ ਕਿ ਅਸੀਂ ਇਕੱਲੇ ਹਾਂ, ਅਸੀਂ ਉਹਨਾਂ ਦੇ ਨਾਲ ਹੈਗੇ, ਉਹਨਾਂ ਦੇ ਜਜ਼ਬੇ ਨੂੰ ਸਲਾਮ ਹੋ, ਕੋਈ ਇੰਨੀਆਂ ਠੰਡਾਂ ਦੇ ਵਿੱਚ ਉਹ ਸਾਡੇ ਲਈ ਬੈਠੇ ਆ, ਤਾਂ ਅਸੀਂ ਹੁਣ ਜਾ ਨਹੀਂ ਸਕਦੇ। ਇਸ ਗੱਲ ਦੀ ਸਾਡੀ ਬੇਬਸੀ ਆ, ਪਰ ਰੀਅਲੀ ਸਾਡੇ ਦਿਲ ਉੱਥੇ ਆ, ਸਾਡੇ ਦਿਮਾਗ ਉੱਥੇ ਆ, ਅਸੀਂ ਸਰੀਰਕ ਰੂਪ 'ਚ ਸਿਰਫ ਇੱਥੇ ਆ ਜੀ। ਬਾਕੀ ਯੂ ਆਰ ਡੂਇੰਗ ਗੁੱਡ ਗਾਇਜ਼, ਗੋਡ ਬਲੈਸ ਯੂ ਆਲ ਆਫ ਯੂ, ਥੈਂਕ ਯੂ। ਧੰਨਵਾਦ। ਥੈਂਕ ਸੋ ਯੂ। ਬਿਲਕੁਲ ਰਾਜਵੀਰ ਸਿੰਘ ਜੀ, ਆਪਾਂ ਦੇਖਿਆ ਪੁਲਿਸ ਵਾਲੇ ਬੜੇ ਕੋਆਪਰੇਟਿਵ ਸੀ, ਬੜੇ ਹੱਸਦੇ ਵੀ ਸੀ। ਸੋ ਉਹਨਾਂ ਦਾ ਮੇਨ ਕੰਸਰਨ ਇਹ ਹੁੰਦਾ ਵੀ ਕਿਸੇ ਤਰ੍ਹਾਂ ਦੀ ਵਾਇਲੈਂਸ ਜਾਂ ਲੁੱਟ ਮਾਰ ਨਾ ਹੋਵੇ, ਉਹ ਤਾਂ ਆਪਣੇ ਨੇ ਕਿਸੇ ਨੇ ਕਰਨੀ ਨਹੀਂ ਸੀ। ਬਾਕੀ ਇਹ ਆ ਵੀ ਆਪਣਾ ਜ਼ੋਰ ਜੋਸ਼ ਉਹ ਤਾਂ ਨੌਜਵਾਨ ਕਰੇ ਰਹੇ ਸੀ। ਸੋ ਜਕਾਰੇ ਵਾਲੇ ਸਭ ਤੋਂ ਵੱਧ ਵਧਾਈ ਦੇ ਪਾਤਰ ਆ। ਆਪਾਂ ਦੇਖਿਆ ਵੀ ਉਹ ਜਿਹੜੇ ਬੱਚੇ ਸੀ ਪੂਰੇ ਸੇਵਾ 'ਚ ਲੱਗੇ ਹੋ ਸੀ। ਕੋਈ ਨਿਸ਼ਾਨ ਸਾਹਿਬ ਫੜਾਈ ਜਾਂਦਾ ਸੀ, ਜਿਹੜੇ ਛੋਟੇ ਛੋਟੇ, ਕੋਈ ਸਾਈਨ, ਕੋਈ ਕੁਛ, ਕੋਈ ਵੀ ਜਿੱਦਾਂ ਇਦਾਂ ਨਹੀਂ ਲੱਗ ਰਿਹਾ ਸੀ ਵੀ ਮੂਹਰੇ ਆ ਕੇ ਲੀਡਰਸ਼ਿਪ ਕਿਸੇ ਨੇ ਕਰਨੀ ਆ। ਸਾਰੇ ਸੇਵਾ ਭਾਵਨਾ ਨਾਲ ਲੱਗੇ ਸੀ। ਜੀ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਅਤੇ ਬਿਲਕੁਲ ਨਾਲੇ ਦੇਖੋ ਰੈਲੀਜ਼ ਇੱਥੇ ਅਕਸਰ ਹੁੰਦੀਆਂ ਰਹਿੰਦੀਆਂ, ਪ੍ਰੋਟੈਸਟ ਜਿਹੜੇ ਹੁੰਦੇ ਰਹਿੰਦੇ ਆ। ਅਮਰੀਕਾ ਦੀ ਇਹ ਖੂਬੀ ਆ, ਤੁਸੀਂ ਕਿਤੇ ਵੀ ਕੋਈ ਵੀ ਪ੍ਰੋਟੈਸਟ ਆ ਉਹ ਕਰ ਸਕਦੇ ਆ। ਕਾਨੂੰਨ ਨੂੰ ਦੱਸ ਇਸ ਲਈ ਦਿੰਦੇ ਆ ਵੀ ਉੱਥੇ ਜਿਹੜਾ ਮੈਨੇਜ ਉਹਨਾਂ ਨੂੰ ਕਰਨਾ ਜਿਹੜਾ ਈਜ਼ੀ ਹੋ ਜਾਵੇ, ਉੱਦਾਂ ਕੋਈ ਦੱਸਣਾ ਲਾਜ਼ਮੀ ਨਹੀਂ ਹੁੰਦਾ। ਦੈਟਸ ਓਕੇ। ਇਹ ਕਈ ਵਾਰੀ ਜਿਹੜੇ ਉੱਤੇ ਥੱਲੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਉਹ ਟਰਾਈ ਉਹਨਾਂ ਨੇ ਕਰਨਾ ਹੀ। ਹੁਣ ਆਪਾਂ ਦੇਖਿਆ ਸੀਗਾ ਵੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਤਕਰੀਬਨ ਹਰ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਹੱਕ ਦੀਆਂ ਜਿਹੜੀਆਂ ਰੈਲੀਆਂ, ਕਿੰਨੀਆਂ ਕਾਰ ਰੈਲੀਜ਼ ਹਰ ਥਾਂ ਦੇ ਉੱਤੇ ਜਿਹੜੀਆਂ ਉਹ ਹੁੰਦੀਆਂ ਸੀਗੀਆਂ। ਸੋ ਦੈਟਸ ਓਕੇ। ਇਹ ਮੌਕੇ ਦੀਆਂ ਗੱਲਾਂ ਹੁੰਦੀਆਂ ਆ, ਉਸ ਮੌਕੇ ਦੇ ਉੱਤੇ ਕਈ ਕੁਛ ਇੱਦਾਂ ਦਾ ਜਿਹੜਾ ਉਹ ਦੇਖਣ ਨੂੰ ਮਿਲਦਾ ਹੁੰਦਾ ਆ। ਮੇਨ ਗੱਲ ਹੈ ਵੀ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ, ਕੋਈ ਕਿਸੇ ਨੂੰ ਕੋਈ ਜਿਹੜੀ ਉਹ ਕੋਈ ਪ੍ਰੋਬਲਮ ਨਹੀਂ ਆਈ। ਹਾਂ, ਟ੍ਰੈਫਿਕ ਦੇ ਵਿੱਚ ਜੇ ਉੱਦਾਂ ਐਕਸੀਡੈਂਟ ਹੋ ਕੇ ਉੱਥੇ ਜਾਮ ਲੱਗ ਜਾਂਦਾ ਤੇ ਤਾਂ ਵੀ ਕਿਸੇ ਨੇ ਕੀ ਕੁਛ ਕਰ ਲੈਣਾ ਸੀਗਾ। ਈਵਨ ਮੈਂ ਉਦਾਹਰਨ ਦੱਸਣੀ ਚਾਹੁੰਦਾ ਰਾਜਕਨਵੀਰ ਸਿੰਘ ਜੀ, ਓਕਲੈਂਡ ਜਦੋਂ ਕਹਿੰਦੇ ਪਈ ਉੱਥੇ ਇੱਕ ਕਾਲੇ ਮੂਲ ਦੀ ਬੀਬੀ ਆਈ, ਉਹ ਕਹਿੰਦੀ ਵੀ ਤੁਹਾਡਾ ਧੰਨਵਾਦ, ਤੁਸੀਂ ਜਦੋਂ ਬਲੈਕ ਲਾਈਵ ਮੈਟਰਸ ਦਾ ਪ੍ਰੋਟੈਸਟ ਹੋਇਆ ਸੀ ਸਾਥ ਦਿੱਤਾ ਸੀ, ਪਰ ਮੈਂ ਅੱਜ ਕੰਮ ਤੇ ਜ਼ਰੂਰੀ ਜਾਣਾ, ਵੀ ਪਲੀਜ਼ ਜੇ ਮੈਨੂੰ ਤੁਸੀਂ ਰਸਤਾ ਸਾਈਡ ਤੋਂ ਦੇ ਦਿਓ। ਤਾਂ ਕਹਿੰਦੇ ਉਹਨੂੰ ਰਸਤਾ ਦੇ ਕੇ ਲੰਘਾਇਆ ਵੀ ਗਿਆ। ਸੋ ਇਦਾਂ ਵੀ ਜਿਹੜੀ ਹੈਲਪ ਕੀਤੀ ਜੀ। ਅਗਲੇ ਆਪਣੇ ਨਾਲ ਕਾਲਰ ਜਿਹੜੇ ਜੁੜੇ ਨੇ ਜੀ, ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਵੀਰ ਜੀ, ਖਾਲਸਾ ਜੀ। ਤੁਸੀਂ ਪਹਿਲਾਂ ਦਾ ਧੰਨਵਾਦ, ਸਾਰੀ ਜਿਹੜੀ ਡਿਊਟੀ ਆ ਮੁੜ ਤੋਂ ਨਿਭਾਉਂਦੇ ਹੋ ਨਾਲ, ਤਾਂ ਜੋ ਅਪਡੇਟ ਹੁੰਦੀ ਰਹਿੰਦੀ ਹੈ ਕੌਮ ਆਪਣੀ ਸਮੇਂ ਸਮੇਂ। ਅੱਜ ਦਾ ਜਿਹੜਾ ਆਪਾਂ ਵਿਚਾਰ ਕਰ ਰਹੇ ਹਾਂ ਜੀ, ਕੱਲ੍ਹ ਜਿਹੜਾ ਸੰਡੇ ਆਪਣਾ ਸੈਚਰਡੇ ਹੋਇਆ ਸੀ, ਸੰਡੇ ਇੱਕ ਫ੍ਰਿਜਨ 'ਚ ਸੀਗਾ, ਜਿਹੜਾ ਆਪਣਾ ਸੈਚਰਡੇ ਦਾ ਪ੍ਰੋਗਰਾਮ ਸੀ, ਉਹਦੇ ਸੰਬੰਧ ਵਿੱਚ ਉਹਦੇ ਵਾਸਤੇ ਜੀ ਪੋਜ਼ੀਟਿਵ ਰਿਪੋਰਟਾਂ ਬਹੁਤ ਆਈਆਂ ਨੇ। ਤੇ ਇੱਕ ਚੀਜ਼ ਆਪ ਜੀਆਂ ਨੇ ਦੇਖੀ ਹੋਣੀ ਹੈ, ਜਦੋਂ ਆਪਾਂ ਫ੍ਰਿਜਨੋਂ ਤੋਂ ਤੁਰੇ, ਆਪ ਜੀ ਵੀ ਇੱਥੇ ਹਾਜ਼ਰ ਸੀਗੇ, ਜਕਾਰਾ ਵਾਲੇ ਬੱਚਿਆਂ ਨੇ ਰਾਤ ਨੂੰ ਸ਼ਾਮ ਨੂੰ ਜੀ 4 ਤੋਂ 6 ਵਜੇ ਤੱਕ, ਯਾਨੀ 2-3 ਵਜੇ ਤੋਂ ਲੈ ਕੇ 150 ਤੋਂ ਉੱਪਰ ਗੱਡੀ ਤਿਆਰ ਕਰ ਦਿੱਤੀ ਸੀਗੀ ਜੀ। ਤੇ ਆਪ ਮੁਹਾਰੇ ਜਿਹੜੀ ਅੱਜ ਜਿੱਦਾਂ ਭੈਣ ਜੀ ਕਹਿੰਦੇ ਕਹਿ ਕੇ ਹਟਿਆ ਪਹਿਲੇ ਕਾਲਰ ਕੀ ਅਰੇਂਜਮੈਂਟ 'ਚ ਕਈ ਘਾਟ ਆ, ਬਹੁਤ ਸਾਰੇ ਵੀਰਾਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਅਰੇਂਜਮੈਂਟ ਨਹੀਂ ਸਹੀ। ਅਸਲ ਕਹਾਣੀ ਇਹ ਕਹਿ ਰਹੀ ਹੈ ਵੀ ਜਿੰਨਾ ਵੀ ਅਰੇਂਜਮੈਂਟ ਕੀਤਾ ਸੀ ਉਹ ਇਹ ਸੀ ਕਿ ਵੱਧ ਤੋਂ ਵੱਧ, ਜਿੱਦਾਂ ਤੁਸੀਂ ਕਹਿ ਕੇ ਹਟੇ ਹੋ ਵੀ 2000 ਗੱਡੀ, ਵੱਧ ਤੋਂ ਵੱਧ ਫਿਰ 3000। ਜਦੋਂ ਸ਼ਾਮ ਤੱਕ ਗੱਲ ਰਿਪੋਰਟਾਂ ਆਈਆਂ, ਆਪਾਂ ਫ੍ਰਿਜਨੋਂ ਤੋਂ ਭੇਜੀ, ਜੂਬਾ ਸਿਟੀ ਤੋਂ, ਹੋਰ ਸ਼ਹਿਰਾਂ ਤੋਂ ਵੀ ਸੰਗਤ 'ਚ ਉਤਸ਼ਾਹ, ਉਮੀਦ ਹੈ ਵੀ 4-5000 ਗੱਡੀ ਹੋ ਜਾਣੀ ਜੀ। ਪਰ ਉੱਥੇ ਗਿਣਤੀ ਤੋਂ ਬਾਹਰ ਸੀ ਕੰਮ। ਇਸ ਕਰਕੇ ਇੱਕ ਚੀਜ਼ ਕਲੀਅਰ ਹੁੰਦੀ ਆ ਕਿ ਕੌਮ ਪ੍ਰਤੀ, ਉਸ ਕਿਸਾਨੀ ਦੇ ਦਰਦ ਪ੍ਰਤੀ ਇੱਥੋਂ ਦੇ ਲੋਕੀ ਹਰ ਪੱਖ ਤੋਂ ਜਾਣੂ ਨੇ, ਔਰ ਇਸ ਕਰਕੇ ਆਪ ਮੁਹਾਰੇ ਪਹੁੰਚੇ ਨੇ। ਤਾਂ ਕਰਕੇ ਜੋ ਸਿਸਟਮ ਆਪਾਂ ਅਰੇਂਜ ਉੱਥੇ ਸੋਚਿਆ ਸੀ ਕਰਨ ਬਾਰੇ, ਉਹ ਕਾਫੀ ਫਿੱਕਾ ਪੈ ਗਿਆ। ਕਿਉਂ ਫਿੱਕਾ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਉਹ ਬਹੁਤ ਥੋੜਾ ਪੈ ਗਿਆ, ਬੌਣਾ ਰਹਿ ਗਿਆ, ਇਸ ਕਰਕੇ ਕਿਉਂਕਿ ਕੱਦ ਰੈਲੀ ਦਾ ਬਹੁਤ ਵੱਡਾ ਹੋ ਗਿਆ ਜੀ। ਹਾਂਜੀ, ਇੱਕ ਮੈਂ ਨੈਗੇਟਿਵ ਪੁਆਇੰਟ ਸ਼ੇਅਰ ਕਰਨਾ ਜੀ, ਜਿਹੜਾ ਬਹੁਤ ਲੋਕਾਂ ਨੂੰ ਛੁਭਿਆ, ਉਹ ਇਹ ਆ ਕਿ ਰੈਫਰੈਂਡਮ 2020 ਵਾਲਿਆਂ ਨੇ ਜਿਹੜੇ ਉੱਥੇ ਜਾ ਕੇ ਖਾਲਿਸਤਾਨ ਦੇ ਨਾਅਰੇ ਲਾਏ ਆ, ਸਾਨੂੰ ਸਮਝ ਲੈਣਾ ਚਾਹੀਦਾ ਉੱਥੇ ਜ਼ਰੂਰਤ ਕੀ ਹੈ। ਸਾਨੂੰ ਸਮਝ ਲੈਣਾ ਚਾਹੀਦਾ ਮਹਾਰਾਜ ਦੇ ਬਾਣੀ ਦੇ ਬਚਨਾਂ ਵਕਤ ਵਿਚਾਰੇ ਸੋ ਬੰਦਾ ਹੋਇਆ ਸੀ। ਅੱਜ ਬੰਦਿਆਂ ਵਾਲਾ ਕੰਮ ਨਹੀਂ ਕੀਤਾ। ਮੈਂ ਇਹ ਤੋਂ ਬਹੁਤ, ਮੈਂ ਖਾਲਿਸਤਾਨ ਪੱਖੀ ਬੰਦਾ, ਮੈਂ ਇੱਕ ਅੰਮ੍ਰਿਤਧਾਰੀ ਸਿੰਘ ਹਾਂ। ਜਿੱਥੇ ਵੀ ਖਾਲਿਸਤਾਨੀ ਮੂਵਮੈਂਟ ਹੁੰਦੀ ਆ, ਮੇਰਾ ਦਿਲ ਹੁੰਦਾ ਵੀ ਮੈਂ ਜ਼ਰੂਰ ਹਾਜ਼ਰੀ ਭਰਾਂ, ਜਾਂ ਮੈਂ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਇੱਕ ਅਲੱਗ ਰਾਜ ਲੈਣਾ ਫਰਜ਼ ਆ, ਸਾਨੂੰ ਜ਼ਰੂਰਤ ਹੈ। ਪਰ ਅੱਜ ਇਸ ਸੰਘਰਸ਼ ਨੂੰ ਢਾਹ ਲਾਉਣੀ ਆ ਉਸ ਸ਼ਬਦ ਨੇ। ਕਿਉਂਕਿ ਇਹ ਖਾਲਿਸਤਾਨ ਲਈ ਨਹੀਂ ਲੜ ਰਹੇ, ਇਹ ਪੂਰਾ ਇੰਡੀਆ ਕਿਸਾਨਾਂ ਦੇ ਹੱਕਾਂ ਲਈ ਲੜ ਰਿਹਾ। ਪੂਰਾ ਇੰਡੀਆ ਕਿਸਾਨਾਂ ਦੇ ਹੱਕਾਂ ਲਈ। ਇਹ ਖਾਲਿਸਤਾਨ ਦਾ ਨਾਂ ਕਿਤਾ, ਸਾਨੂੰ ਉੱਥੇ ਗੋਲੀਆਂ ਚਲਾਉਣ ਨੂੰ ਤਿਆਰ ਨੇ, ਅਸੀਂ ਉਹ ਚੀਜ਼ੇ ਤੋਂ ਪੱਕ ਪੇਸ਼ ਕਰ ਦਾਂਗੇ। ਸਾਨੂੰ ਅਕਲ ਚਾਹੀਦੀ ਆ। ਬੇਸ਼ੱਕ ਉਹ ਵੀਰਾਂ ਨੂੰ ਗੁੱਸਾ ਲੱਗਣ, ਜਗਰੂਪ ਸਿੰਘ ਫ੍ਰਿਜਨੋਂ ਤੋਂ ਬੋਲ ਰਹੇ ਆ, ਬਹੁਤ ਸਾਰੇ ਵੀਰਾਂ ਕੋਲੇ ਮੇਰੇ ਨੰਬਰ ਵੀ ਆ, ਕਾਲ ਕਰ ਲੈਣ। ਮੈਂ ਇਸ ਚੀਜ਼ ਦੇ ਖਾਸ ਕਰਕੇ ਬਹੁਤ ਵੀਰਾਂ ਨੂੰ ਉਹ ਲੱਗਿਆ, ਮੈਂ ਤੁਹਾਡੇ ਮੀਡੀਅਮ ਰਾਹੀਂ ਮਤਲਬ ਨਿੰਦਾ ਕਰਦਾ, ਔਰ ਬਹੁਤ ਹੀ
ਆਪ ਗੁੱਸੇ ਨਾਲ, ਹੁਣ ਮੇਰੇ ਕੋਲ ਸ਼ਬਦ ਨਹੀਂ, ਮੈਂ ਕੀ ਕਹਾਂ ਵੀ ਮੇਰਾ ਮਨ ਬਹੁਤ ਹੀ ਮਤਲਬ ਕਹਿ ਲਓ ਦੁੱਖ 'ਚ ਗਿਆ ਉਸ ਟਾਈਮ ਜਦੋਂ ਮੈਂ ਪਿੱਛੇ ਫਸਿਆ ਹੋਇਆ ਸੀ। ਪਤਾ ਲੱਗਿਆ ਕਿ ਉੱਥੇ ਜਿਹੜੀ ਸਟੇਜ ਆ, ਜਿਹੜੀ ਜਿੱਥੋਂ ਇੱਕ ਵਿਚਾਰਾਂ ਦੇਣੀਆਂ ਸੀ ਬੱਚਿਆਂ ਨੇ, ਜਿੱਥੋਂ ਲੋਕਾਂ ਦੇ ਇਸ ਅਮਰੀਕਨ ਮੀਡੀਆ ਦੇ ਅੱਗੇ ਸਾਡੇ ਪੰਜਾਬ ਇੰਡੀਆ ਦੇ ਕਿਸਾਨਾਂ ਦਾ ਹੱਕ ਰੱਖਣਾ ਸੀ, ਮੋਦੀ ਦੀ ਧੱਕੇਸ਼ਾਹੀ ਰੱਖਣੀ ਸੀ, ਅਸੀਂ ਉੱਥੇ ਜਾ ਕੇ ਖਾਲਿਸਤਾਨ ਦੇ ਨਾਅਰੇ ਲਾਤੇ। ਸਾਨੂੰ ਇੰਨੀ ਅਕਲ ਨਹੀਂ ਹੈ ਕਿ ਕਿੱਥੇ ਕੀ ਬੋਲਣਾ। ਸੋ ਮੈਂ ਵਧਾਈ ਦਿੰਦਾ ਉਹਨਾਂ ਲੋਕਾਂ ਨੂੰ, ਔਰ ਮੇਰੀ ਇੱਕ ਹੱਥ ਬੰਨ੍ਹ ਕੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਇਹ ਕਿਸੇ ਨੇ, ਇਹ ਕਿਸਾਨਾਂ ਨੇ ਨਾਅਰੇ ਨਹੀਂ ਲਾਏ। ਜੇ ਕਿਸੇ ਦਾ ਦਿਲ ਦੁਖਿਆ ਤਾਂ ਸਮਝ ਲਓ ਇਹ ਬੇਅਕਲ ਲੋਕਾਂ ਨੇ ਨਾਅਰੇ ਲਾਏ ਨੇ। ਮੈਂ ਉਹਨਾਂ ਨੂੰ ਬੇਅਕਲ ਸਮਝਦਾ, ਕਿਉਂ? ਕਿਉਂਕਿ ਮਹਾਰਾਜ ਜੀ ਕਹਿੰਦੇ ਆ ਵਕਤ ਵਿਚਾਰੇ ਸੋ ਬੰਦਾ ਹੋਏ, ਉਹਨਾਂ ਨੇ ਬੰਦਿਆਂ ਵਾਲੀ ਹਰਕਤ ਨਹੀਂ ਕੀਤੀ। ਸੋ ਥੈਂਕ ਯੂ ਜਗਰੂਪ ਜੀ। ਦੁੱਖ ਲੱਗਿਆ ਹੋਵੇ ਮੈਂ ਉਹ ਤੋਂ ਮਾਫੀ ਮੰਗਦਾ ਜੀ, ਕਿਉਂਕਿ ਅਸੀਂ ਫਿਲਮ ਵੱਲੋਂ ਪ੍ਰਬੰਧਕ ਹੋਣ ਦੇ ਨਾਤੇ ਅਸੀਂ ਇੱਥੋਂ ਤੁਰੇ ਸੀ। ਸੋ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜੱਜ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜਾ ਦੁਪਹਿਰ ਨੂੰ ਸ਼ੋਅ ਹੋਣਾ ਨਾ 4 ਤੋਂ ਲੈ ਕੇ 5:30 ਵਜੇ ਵਿੱਚ, ਕੀ ਉੱਥੇ ਚੰਗੀਆਂ ਗੱਲਾਂ ਹੋਈਆਂ, ਕੀ ਮਾੜੀਆਂ ਗੱਲਾਂ ਹੋਈਆਂ, ਕੀ ਕਿਸ ਨੇ ਕੋਈ ਗਾਲ ਕੱਢੀ, ਕੀ ਕੁਛ, ਉਹਦੇ ਬਾਰੇ ਜਿਹੜਾ ਸ਼ੋਅ ਹੋਊਗਾ ਉਸ ਟਾਈਮ ਤੇ ਕਾਲ ਕਰ ਲਿਓ। ਹੁਣ ਆਪਾਂ ਪੋਜ਼ਿਟਿਵ ਹੀ ਰੱਖਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਅਮਰਜੀਤ ਬੈਂਸ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਰੈਲੀ ਬਹੁਤ ਵਧੀਆ ਸੀਗੀ, ਇਕੱਠ ਵੀ ਬਹੁਤ ਸੀਗਾ। ਆਪਾਂ ਧੰਨਵਾਦ ਕਰਨਾ ਮੰਗਦੇ ਹਾਂ ਜਿਨ੍ਹਾਂ ਨੇ ਔਰਗਨਾਈਜ਼ ਕੀਤਾ ਸ਼ੋਰਟ ਨੋਟਿਸ ਤੇ ਨਾ। ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਆ। ਮੇਰੇ ਮੂਹਰੇ ਕਾਰ ਖੜੀ ਸੀਗੀ, ਉੱਥੇ CHP ਵਾਲਾ ਆਇਆ, ਹਾਈਵੇ ਪੈਟਰੋਲ ਵਾਲਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ। ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸੀਗਾ ਭਾਈ ਇੰਨੀ ਵੱਡੀ ਇਕੱਠ ਹੋਣੀ ਆ, ਤੁਸੀਂ ਤਾਂ ਟੋਲ ਪਲਾਜ਼ਾ ਮੂਹਰੇ ਜੈਮ ਕਰਤਾ। ਇਹ ਵੀ ਖੁਸ਼ੀ ਵਾਲੀ ਗੱਲ ਸੀਗੀ। ਦੇਖੋ ਟੋਲ ਪਲਾਜ਼ਾ ਉੱਥੇ ਹੁਣ ਰੁਕਣਾ ਵੀ ਨਹੀਂ ਪੈਂਦਾ, ਬਿਲਕੁਲ ਫਾਸਟ ਟਰੈਕ ਬਣਿਆ ਨਾ, ਪਰ ਫਿਰ ਵੀ ਬਹੁਤ ਜੈਮ ਹੋਇਆ। ਬਹੁਤ ਵਧੀਆ ਆਰਗੇਨਾਈਜ਼ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਪਰੀਸ਼ੀਏਟ ਕਰਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਜਿਹੜੇ ਸਰੋਤੇ ਨਹੀਂ ਆ ਸਕੇ ਉੱਥੇ ਪੂਰੀ ਦੁਨੀਆ 'ਚ, ਆਪਾਂ ਉਹਨਾਂ ਨੂੰ ਫੇਸਬੁੱਕ ਦੇ ਰਾਹੀਂ, YouTube ਦੇ ਰਾਹੀਂ ਵੱਖ-ਵੱਖ ਸਮੇਂ ਤੇ, ਈਵਨ ਅੱਜ ਵੀ ਸਾਰਾ ਕੁਛ ਫੇਸਬੁੱਕ ਦੇ ਪੰਜਾਬੀ ਰੇਡੀਓ USA ਦੀ YouTube ਤੇ ਪਿਆ। ਜਿਹੜਾ ਕੋਈ ਮਿਸ ਕਰ ਗਿਆ ਉਹ ਉਹਨੂੰ ਦੇਖ ਸਕਦਾ ਹੈਗਾ ਆ। ਸੋ ਬਿਲਕੁਲ ਜੇ ਹੋਰ ਵੀ ਕੋਈ ਵੀਰ ਜਾਂ ਭੈਣ ਆਪਣਾ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਇਸ ਮੁਜ਼ਾਹਰੇ ਦੇ ਸੰਬੰਧ ਦੇ ਵਿੱਚ, ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200 ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਗੁਰਦੀਪ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਹਾਂਜੀ, ਆਵਾਜ਼ ਬਹੁਤ ਘੱਟ ਆ ਰਹੀ। ਇਹ ਤਾਂ ਬਹੁਤ ਵਧੀਆ, ਇੱਕ ਵਾਰੀ ਪਤਾ ਲੱਗ ਗਿਆ ਮੋਦੀ ਸਾਰਿਆਂ ਨੂੰ ਵੀ ਜਦੋਂ ਫਿਰ ਪੰਜਾਬ ਇਕੱਠਾ ਹੁੰਦਾ ਤਾਂ ਕਿੱਥੇ ਤੱਕ ਪਹੁੰਚਾਉਂਦਾ ਹੈ ਜੀ। ਤੇ ਇਹਨਾਂ ਨੂੰ ਮਤਲਬ ਰੈਲੀਆਂ ਇੰਨੀਆਂ ਨਿਕਲੀਆਂ, ਟੋਰਾਂਟੋ 'ਚ ਵੀ ਨਿਕਲੀਆਂ ਤੇ ਸਰੀ 'ਚ ਵੀ ਨਿਕਲੀਆਂ। ਸਰੀ ਦੇ ਵਿੱਚ ਮੈਂ ਵੀਡੀਓ ਦੇਖ ਰਹੀ ਸੀ, ਉਹਨਾਂ ਨੇ ਤਾਂ BJP ਦਾ ਕੋਈ ਲੀਡਰ ਰਹਿੰਦਾ ਉੱਥੇ, ਉਹਨੂੰ ਘੇਰਾ ਪਾ ਲਿਆ ਜਾ ਕੇ 8 ਤੋਂ 10,000 ਗੱਡੀ ਜੀ। ਹਾਂਜੀ, ਇਸ ਲਈ ਇਹ ਨਾ ਸੋਚਣ ਵੀ ਖਬਰੇ ਕਿਸਾਨਾਂ ਲਈ ਬੋਲਣਾ ਨਹੀਂ। ਜਿੱਦਣ ਫਿਰ ਕਿਸਾਨ ਬੋਲਦਾ ਆ ਫਿਰ ਸਾਰਾ ਹੀ BJP ਹਿੱਲ ਗਈ ਜੀ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ। ਬਿਲਕੁਲ ਇਹ ਇੱਦਾਂ ਹੀ ਲੱਗ ਰਿਹਾ ਸੀਗਾ ਜਿੱਦਾਂ ਦਿੱਲੀ ਦੇ ਉੱਤੇ ਘੇਰਾ ਜਿਹੜਾ ਆ ਉਹ ਪਾਇਆ ਹੋਇਆ ਆ ਇਸ ਮੌਕੇ ਕਿਸਾਨਾਂ ਨੇ, ਤੇ ਕੌਂਸਲੇਟ ਨੂੰ ਜਿਹੜਾ ਉਹ ਘੇਰ ਲਿਆ ਪੂਰੇ। ਇੱਥੇ ਬਾਹਰ ਵਸਦੇ ਜਿਹੜੇ ਕਿਸਾਨ ਹਿਤੈਸ਼ੀ ਉਹਨਾਂ ਸਾਰਿਆਂ ਨੇ, ਤੇ ਆਪਾਂ ਸਾਰੇ ਕਿਸਾਨਾਂ ਨਾਲ ਹੀ ਰਿਲੇਟਡ ਹੈਗੇ ਆ, ਕਿਸਾਨਾਂ ਦੇ ਪਰਿਵਾਰਾਂ ਦੇ ਮੈਂਬਰ ਆ। ਇਹ ਬਹੁਤ ਵਧੀਆ ਗੱਲ, ਜਿਹੜੀ ਖੁਸ਼ੀ ਦੀ ਗੱਲ ਰਾਜਕਨਵੀਰ ਸਿੰਘ ਜੀ ਮੈਨੂੰ ਇਹ ਹੋਈ ਵੀ ਇੱਥੇ ਦੇ ਬੋਰਨ ਬੱਚੀਆਂ ਜਿਹੜੇ ਆ ਉਹਨਾਂ 'ਚ ਕਿੰਨਾ ਜੋਸ਼ ਸੀਗਾ, ਹਨਾ ਜੀ। ਸੋ ਉਹਨਾਂ ਨੇ ਇੰਨਾ ਜੋਸ਼ ਸ਼ੋਅ ਕੀਤਾ ਵੀ ਤੁਸੀਂ ਬਲੀਵ ਨਹੀਂ ਕਰ ਸਕਦੇ। ਸਾਰੇ ਕਾਰਾਂ 'ਚ, ਵੈਨਾਂ 'ਚ, ਕਿੱਦਾਂ ਜੀਪਾਂ ਦੇ ਵਿੱਚ ਗਾਣੇ ਲਾ ਕੇ ਕਿੱਦਾਂ ਉਹ ਐਨ ਖੁਸ਼ੀ ਵਾਲਾ ਮਾਹੌਲ ਸੀ। ਈਵਨ ਇਨਕਨਵੀਨੀਅੰਸ ਵੀ ਕਈ ਜਗ੍ਹਾ ਹੋਈ, ਪਰ ਕਿਸੇ ਦੇ ਮੂੰਹ ਤੋਂ ਇਹ ਲੱਗਦਾ ਨਹੀਂ ਸੀ ਵੀ ਨਹੀਂ ਯਾਰ ਮੈਂ ਤਾਂ ਫਸ ਗਿਆ, ਇੱਦਾਂ ਹੋ ਗਿਆ ਜੀ। ਸੋ ਬਿਲਕੁਲ ਬਹੁਤ ਹੀ ਵਧੀਆ ਜਿਹੜਾ ਔਰਗਨ ਚਲੋ ਕਿਉਂਕਿ ਐਕਸਪੈਕਟਡ ਨਹੀਂ ਸੀ, ਪਰ ਜਿਹੜੇ ਪ੍ਰਬੰਧਕ ਆ ਉਹ ਵਧਾਈ ਦੇ ਪਾਤਰ ਆ। ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਕੰਟਰੋਵਰਸੀ ਨਹੀਂ ਕੀਤੀ ਜੀ। ਆਪਣੇ ਨਾਲ ਅਗਲੇ ਜਿਹੜੇ ਕਾਲਰ ਜੁੜੇ ਹੋਏ ਨੇ ਜੀ ਇਸ ਟਾਈਮ ਗੁਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨ ਭਾਜੀ। ਹਾਂਜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਹਨਾਂ ਪ੍ਰਬੰਧਕਾਂ ਦੱਸਦੇ ਜੀ, ਇਹ ਗੁਰਜੀਤ ਸਿੰਘ ਹੁਣੀ ਫਾਊਂਡਰ ਮੈਂਬਰ ਆ ਇਹ ਜਕਾਰਾ ਮੂਵਮੈਂਟ ਦੇ ਨਾਲ। ਇਹ ਸਾਨੂੰ ਦੱਸਣਗੇ ਵੀ ਉਸ ਦਿਨ ਦਾ ਪ੍ਰੋਗਰਾਮ ਕਿਸ ਤਰ੍ਹਾਂ ਰਿਹਾ। ਨੈਨਦੀਪ ਸਿੰਘ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨੈਨਦੀਪ, ਗੁਰਜੀਤ, ਸੋ
ਇਹ ਇੰਨਾ ਜ਼ਿਆਦਾ ਇਕੱਠ ਆ, ਜਿੱਦਾਂ ਸਾਰੇ ਜਾਣੇ ਕਹਿ ਰਹੇ ਆ, ਕਿਸੇ ਨੂੰ ਵੀ ਉਮੀਦ ਨਹੀਂ ਸੀ। ਤੁਸੀਂ ਕਿੰਨੀ ਕੁ ਉਮੀਦ ਲਾ ਕੇ ਤੁਰੇ ਸੀਗੇ ਪਹਿਲੋਂ? ਜਦੋਂ ਦੇਖੋ ਜੀ, ਜਦੋਂ ਤੋਂ ਪਹਿਲਾਂ ਟਵਿੱਟਰ ਤੇ ਕਾਲ ਦਿੱਤੀ ਤੇ ਮਤਲਬ ਅਸੀਂ ਤਾਂ ਐਕਸਪੈਕਟ ਕਰਦੇ ਸੀ ਕਿ ਮੇਬੀ 100 200 500 ਕਾਰ ਹੋ ਜੂਗੀ। ਜੀ ਪਰ ਜਿਸ ਤਰ੍ਹਾਂ ਕਹਿ ਲਓ ਵੀ ਬਿਲਡ ਅਪ ਹੁੰਦਾ ਗਿਆ, ਇੱਕ ਦਿਨ ਪਹਿਲਾਂ ਤੱਕ ਦੀ ਜਾਂ 2 ਦਿਨ ਪਹਿਲਾਂ ਮਤਲਬ 2 ਦਿਨ ਪਹਿਲਾਂ ਤੱਕ ਜਿਹੜੀ ਇਹ ਐਕਸਪੈਕਟੇਸ਼ਨ ਸੀਗੀ ਕਿ ਮੇਬੀ ਜੇ ਕੋਈ 1000 ਕਾਰ ਹੋ ਜਾਵੇ ਤੇ ਬਹੁਤ ਵਧੀਆ ਹੋਏਗਾ। ਚਲੋ ਵੀ ਜਿੱਦਾਂ ਜਦੋਂ ਅਸੀਂ ਸੋਚਣ ਲੱਗ ਪਏ ਵੀ ਉਹੀ ਗੱਲ ਵੀ ਕੀ ਸਕਸੈਸਫੁਲ ਹੋਊਗਾ, ਵੀ ਆਪਾਂ ਕੀ ਕਰ ਸਕੀਏ ਤੇ ਸਕਸੈਸਫੁਲ ਹੋਊਗਾ, ਤੇ ਆਪਾਂ ਆਪਣੇ ਕਹਿ ਲਓ ਵੀ ਜਦੋਂ ਆਪਸ 'ਚ ਗੱਲਾਂ ਕਰਨ ਲੱਗ ਪਏ ਵੀ ਜੇ 1000 ਕਾਰ ਹੋ ਜਾਏ ਤੇ ਵੀ ਮਤਲਬ ਨਜ਼ਾਰਾ ਆ ਜਾਣਾ, ਬਹੁਤ ਵਧੀਆ ਹੋ ਜਾਣਾ। ਤੇ ਇੱਕ ਦਿਨ ਪਹਿਲਾਂ ਜਦੋਂ ਮਤਲਬ ਕਹਿ ਲਓ ਵੀ ਗੁਰੂ ਘਰ ਦੇ ਵਿੱਚ ਸ਼ਾਮ ਨੂੰ ਡੈਕੋਰੇਸ਼ਨ ਵਗੈਰਾ ਕਰ ਰਹੇ ਸੀਗੇ ਸਟਾਫ ਮੈਂਬਰਸ ਤੇ ਬਾਕੀ ਵਾਲੰਟੀਅਰਸ ਤੇ ਆਮ ਸੰਗਤ ਦੇ ਸਾਰੇ ਪਾਸੇ ਜਿੱਦਾਂ ਕੀਤਾ। ਉਸ ਤੋਂ ਇੱਕ ਰਾਤ ਪਹਿਲਾਂ ਫਿਰ ਇਸ ਤਰ੍ਹਾਂ ਹੋ ਗਿਆ ਸੀ ਕਿ ਕੋਈ ਐਕਸਪੈਕਟੇਸ਼ਨ ਪਤਾ ਨਹੀਂ ਹੁਣ ਕੱਲ੍ਹ ਨੂੰ ਕੀ ਹੋਊਗਾ, ਵੀ ਜਿੰਨੀ ਆਪਾਂ ਪ੍ਰੈਪਰੇਸ਼ਨ ਕਰ ਸਕਦੇ ਸੀਗੇ ਅਸੀਂ ਆਪਣੇ ਵੱਲੋਂ ਕੀਤੀ, ਪਰ ਕੱਲ੍ਹ ਨੂੰ ਉਹੀ ਮੇਬੀ 1000 ਘਰ ਆ ਜਾਏ ਜਾਂ ਮੇਬੀ 5000 ਆ ਜਾਏ। ਬਟ ਹੁਣ ਉਸ ਤੋਂ ਵੀ ਅਗਲਾ ਜਿਹੜਾ ਸਟੈਪ ਹੈ ਕਿ ਜਦੋਂ ਉੱਥੇ ਸਵੇਰੇ ਪਹੁੰਚੇ ਕਹਿ ਲਓ ਵੀ ਅਸੀਂ ਮੈਨੂੰ ਲੱਗਦਾ 9:15 ਵਜੇ ਪਹੁੰਚੇ, 9:15 9:30 ਪਹੁੰਚੇ ਹੋਣੇ ਪਾਰਕ। ਸਮਾਂ ਦਿੱਤਾ ਹੋਇਆ ਸੀਗਾ ਸੰਗਤ ਨੂੰ, ਸੋ ਰਾਤੀ ਕਾਫੀ ਪ੍ਰੈਪਰੇਸ਼ਨ ਕਰਕੇ ਗਏ ਸੀ। ਤਾਂ 9:15 9:30 ਅਸੀਂ ਪਹੁੰਚੇ ਹਾਂ ਤੇ ਉਸ ਤੋਂ ਹੀ ਕਹਿ ਲਓ ਵੀ ਅੱਧੇ ਕੁ ਘੰਟੇ 'ਚ ਇੱਦਾਂ ਲੱਗ ਗਿਆ ਸੀਗਾ ਵੀ ਅੱਜ ਪਤਾ ਨਹੀਂ ਵੀ ਉਹਦਾ ਕੋਈ ਨੰਬਰ ਫਿਰ ਰਹਿ ਨਹੀਂ ਗਿਆ। ਉਹ ਤਾਂ ਫਿਰ ਗੁਰੂ ਦੇ ਹੱਥ ਹੀ ਸੀਗਾ ਵੀ ਅਸੀਂ ਜੋ ਕੁਛ ਕਰ ਸਕਦੇ ਸੀਗੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੋਈ ਆ, ਬਾਕੀ ਆਪੇ ਗੁਰੂ ਨੇ ਸਾਂਭ ਲੈਣਾ। ਤੇ ਆਈ ਥਿੰਕ ਉਹ ਹੀ ਹੋਇਆ ਜੀ, ਗੁਰੂ ਨੇ ਆਪ ਕਲਾ ਵਰਤਾ ਕੇ ਸਾਰੇ ਨੇ, ਬਾਬੇ ਨੇ ਸਾਰਾ ਕੁਛ ਕਰਵਾਇਆ। ਤੇ ਆਈ ਮੀਨ ਹਾਂਜੀ ਜੀ ਨੈਨਦੀਪ। ਨਹੀਂ, ਆਈ ਥਿੰਕ ਗੁਰਜੀਤ ਨੇ ਸਭ ਕੁਛ ਦੱਸ ਦਿੱਤਾ। ਸਾਨੂੰ ਲੱਗਿਆ ਕਿ ਲਾਈਕ ਜਿਵੇਂ ਇੱਕ ਰਾਤ ਪਹਿਲਾਂ ਜਦੋਂ ਅਸੀਂ ਸਟਾਫ ਮੈਂਬਰਸ ਤੇ ਜਕਾਰੂ ਦੇ ਵਾਲੰਟੀਅਰਸ ਜਦੋਂ ਅਸੀਂ ਉਹਨਾਂ ਨੇ ਪੁੱਛਿਆ ਕਿ ਬੇਕਰਸ ਲਗਭਗ ਕਿੰਨੀਆਂ ਗੱਡੀਆਂ ਆਇਆ ਸੀ, ਮਤਲਬ ਵੈਸਨੋ ਦੇ ਵਿੱਚ, ਸੀਰੀਜ਼ ਦੇ ਵਿੱਚ, ਲਿਵਿੰਗਸਟਨ ਦੇ ਵਿੱਚ, ਟ੍ਰੇਸੀ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ, ਉਦੋਂ ਸਾਨੂੰ ਲੱਗਾ ਕਿ 1000 ਦਿੱਤੇ। ਮਤਲਬ ਫਰਾਈਡੇ ਨਾਈਟ ਮਤਲਬ ਸਿਰਫ ਕਾਰ ਡੈਕੋਰੇਸ਼ਨ ਦੇ ਆਏ ਸੀਗੇ। ਉਦੋਂ ਸਾਨੂੰ ਥੋੜ੍ਹਾ ਜਿਹਾ ਸ਼ੱਕ ਸੀ ਕਿ ਜਿੰਨਾ ਸਾਡੀ ਪਹਿਲੀ ਐਕਸਪੈਕਟੇਸ਼ਨ ਤੋਂ ਮਤਲਬ ਉਹ ਤੋਂ ਜ਼ਿਆਦਾ ਹੀ ਹੋਣਾ। ਜੀ ਬਿਲਕੁਲ, ਇਹ ਵਾਕਿਆ ਹੀ ਜਿਹੜਾ ਇਸ ਤਰੀਕੇ ਦੇ ਨਾਲ ਰਿਹਾ। ਤੁਹਾਡੇ ਜਿਹੜੇ ਵਾਲੰਟੀਅਰਸ ਨੇ ਬਹੁਤ ਜਿਹੜੀ ਅਣਥੱਕ ਜਿਹੜੀ ਉਹ ਮਿਹਨਤ ਕੀਤੀ, ਸਾਰਿਆਂ ਦਾ ਵੱਧ ਤੋਂ ਵੱਧ ਜਿਹੜਾ ਉਹ ਸਾਥ ਦਿੱਤਾ। ਬਾਕੀ ਦੂਰੋਂ ਨੇੜਿਓਂ ਬਹੁਤ ਸੰਗਤਾਂ ਜਿਹੜੀਆਂ ਆ ਉਹ ਆਊਟ ਆਫ ਸਟੇਟ ਵੀ, ਅਤੇ ਇੱਥੋਂ ਤੱਕ ਕਿ LA ਸਾਈਡ ਤੋਂ ਕਈ ਘੰਟੇ ਜਿਹੜੇ ਆ ਉਹ ਅੱਧਾ ਦਿਨ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਡਰਾਈਵਿੰਗ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਇਹ ਗੁਜ਼ਰਿਆ। ਉਹ ਇਹ ਸੀਗਾ ਵੀ ਸਾਰੇ ਜਾਣਿਆਂ ਨੇ ਇੱਕ ਵੱਡਾ ਇਕੱਠ ਜਿਹੜਾ ਉਹ ਕਰਨਾ ਆ, ਆਪ ਮੁਹਾਰੇ ਲੋਕ ਜਿਹੜੇ ਉਹ ਆਏ ਆ। ਅਤੇ ਸਭ ਤੋਂ ਵੱਧ ਜਿਹੜੀ ਖੁਸ਼ੀ ਵਾਲੀ ਗੱਲ ਜਿਹੜੀ ਉਹ ਰਹੀ ਵੀ ਨੌਜਵਾਨਾਂ ਨੇ ਬਹੁਤ ਜ਼ਿਆਦਾ ਉਤਸ਼ਾਹ, ਬਹੁਤ ਜ਼ਿਆਦਾ ਇਸ ਦੇ ਵਿੱਚ ਜਿਹੜਾ ਉਹ ਯੋਗਦਾਨ ਆ ਉਹ ਪਾਇਆ। ਉਹ ਦੂਰੋਂ ਨੇੜਿਓਂ ਜਿਹੜੇ ਉਹ ਚੱਲ ਕੇ ਆਏ, ਹਰ ਇੱਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਗੱਡੀਆਂ ਆ ਉਹ ਸਜਾਈਆਂ, ਪੋਸਟਰ ਜਿਹੜੇ ਬਣਾਏ ਲਾਏ, ਕਈਆਂ ਨੇ ਖੁਦ ਕੀਤਾ, ਕਈਆਂ ਨੇ ਜਿਹੜੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਵੰਡ ਰਹੇ ਸੀ ਉਹਨਾਂ ਦੇ ਜ਼ਰੀਏ ਜਿਹੜੇ ਉੱਥੋਂ ਇਕੱਠੇ ਕੀਤੇ। ਸੋ ਓਵਰਆਲ ਕਾਫੀ ਪੋਜ਼ੀਟਿਵ ਰਿਹਾ। ਸੋ ਜਦੋਂ ਤੁਸੀਂ ਸਾਰਾ ਕੁਛ, ਤੁਹਾਨੂੰ ਕਿੰਨਾ ਕੁ ਸਮਾਂ ਉੱਥੇ ਤੱਕ ਜਿਹੜਾ ਉਹ ਲੱਗ ਗਿਆ? ਆਪਾਂ ਦੇਖਿਆ ਵੀ ਕਈਆਂ ਨੂੰ 4-4 5-5 ਘੰਟੇ ਵੀ ਡਰਾਈਵ ਕਰਦੇ ਹੋਏ ਅੰਬੈਸੀ ਤੱਕ ਪਹੁੰਚਣ ਨੂੰ ਲੱਗੇ। ਸੋ ਇਹ ਪੂਰਾ ਕੁਛ ਤੁਹਾਨੂੰ ਸਮੇਟਣ ਨੂੰ ਕਿੰਨਾ ਕੁ ਸਮਾਂ ਲੱਗ ਗਿਆ? ਮੈਂ ਕਰ ਰਿਹਾ ਸੀਗਾ ਹੈਲਪ ਡਾਇਰੈਕਟਿੰਗ ਟ੍ਰੈਫਿਕ ਜਿੱਥੋਂ ਮੇਰੇ ਟਾਈਮ ਤੋਂ ਬ੍ਰਿਜ ਨੂੰ ਚੜ੍ਹੀ ਦਾ, ਤੇ ਉੱਥੋਂ ਲਾਸਟ ਗੱਡੀ ਦਾ ਜਿਹੜਾ ਕਾਫਲਾ ਕਹਿ ਲਓ ਵੀ ਲਾਈਨ ਗੱਡੀਆਂ ਦੀ ਆਲਮੋਸਟ ਜੀ ਆਈ ਥਿੰਕ 3:45 ਵਜੇ ਤੱਕ ਰਹੀ ਹੈ। ਮੈਂ ਉੱਥੋਂ 3:40 ਤੇ ਵਾਪਸ ਨੂੰ ਤੁਰਿਆ। ਸੋ ਆਲਮੋਸਟ until 3:45 ਉੱਥੇ ਤੱਕ ਲਾਈਨ ਗੱਡੀਆਂ ਦੀ ਪੂਰੀ ਬ੍ਰਿਜ ਨੂੰ ਚੜ੍ਹਨ ਨੂੰ ਮਤਲਬ 100% ਲੱਗੀ ਹੋ ਰਹੀ ਉਸ ਤੋਂ। ਸੋ 11:30 ਵਜੇ 11:45 ਵਜੇ ਜਿਹੜਾ ਆ ਇਹ ਗੱਡੀਆਂ ਜਿਹੜੀਆਂ ਚੱਲਣੀਆਂ ਉੱਥੋਂ ਸ਼ੁਰੂ ਹੋਈਆਂ ਸੀ ਉਸ ਪਾਰਕ ਤੋਂ, ਰਾਈਟ? ਹਾਂਜੀ, 12 ਵੱਜ ਕੇ 2-3 ਮਿੰਟ ਤੇ ਅਰਦਾਸ ਹੋਈ ਹੈ। ਅਰਦਾਸ ਕਰਦਿਆਂ ਨਾਲ ਹੀ ਅਸੀਂ ਤੋਰੀਆਂ ਸ਼ੁਰੂ ਕਰਤੀਆਂ ਸੀ।
ਜੀ ਸੋ ਤੇ ਉਸ ਤਕਰੀਬਨ ਤੋਂ ਪਹਿਲਾਂ 4 ਘੰਟੇ ਕਹਿ ਲਓ ਵੀ ਚੱਲਦਾ ਰਿਹਾ ਜਿੱਥੋਂ ਕੰਮ। ਤੋਰਨੀਆਂ ਸੀਗੀਆਂ ਉਸ ਤੋਂ ਤੇ ਹੁਣ ਪਾਰਕ ਤੋਂ ਤੇ ਫਿਰ ਰਹਿ ਹੀ ਨਹੀਂ ਗਿਆ ਤੁਰਨ ਦਾ ਕੰਮ, ਕਿਉਂਕਿ ਮਤਲਬ ਬਾਕੀ ਤਿੰਨੇ ਪਾਸੇ ਹੀ ਇੰਨਾ ਕੁਛ ਲੱਗ ਗਿਆ ਸੀ। ਫਿਰ ਅਸੀਂ ਕੀ ਕੀਤਾ ਕਿ ਜਿਹੜੇ ਮੋਟਰਸਾਈਕਲ ਵਾਲੇ ਵੀਰ ਸੀਗੇ ਸਾਡੇ ਭੈਣ ਭਰਾ, ਵੀਰ ਤੇ ਭੈਣਾਂ ਸੀਗੇ ਜਿਹੜੇ ਮੋਟਰਸਾਈਕਲ ਦੇ ਉੱਤੇ, ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਆਪਣੇ ਮੋਟਰਸਾਈਕਲ ਲੈ ਕੇ ਤੇ ਬ੍ਰਿਜ ਦੇ ਲਾਗੇ ਉਸ ਐਗਜ਼ਿਟ ਤੇ ਤੱਕ ਪਹੁੰਚੋ। ਜਿਹੜੇ ਕਹਿ ਲਓ ਅਸੀਂ ਟਰੈਕਟਰ ਪਿੱਛੇ ਲਾਉਣੇ ਸੀਗੇ, 5 ਟਰੈਕਟਰ ਲੱਗਣੇ ਸੀਗੇ, ਬਾਕੀ ਦੂਜੀਆਂ ਖੁੱਲੀਆਂ ਜੀਪਾਂ ਲੱਗਣੀਆਂ, ਉਹ ਸਾਰਾ ਪਲਾਨ ਤੇ ਉਸੇ ਤਰ੍ਹਾਂ, ਕਿਉਂਕਿ ਉੱਥੋਂ ਤੱਕ ਗ੍ਰਿਡ ਲੌਕ ਹੀ ਇੰਨਾ ਹੋ ਗਿਆ। ਫਿਰ ਅਸੀਂ ਪਲਾਨ ਚੇਂਜ ਕੀਤੀ ਕਿ ਜਿੱਥੇ ਜਿਹੜਾ ਹੈਗਾ ਵੈਸੇ ਹੀ ਰਹਿਣ ਦਿਓ, ਮੋਟਰਸਾਈਕਲਾਂ ਨੂੰ ਬ੍ਰਿਜ ਦੇ ਮੂਹਰੇ ਖੜ ਕੇ, ਕਿਉਂਕਿ ਉਹ ਜਾ ਸਕਦੇ ਸੀ ਗ੍ਰਿਡ ਲੌਕ 'ਚ ਨਿਕਲ ਕੇ, ਮੋਟਰਸਾਈਕਲ ਸਾਰੇ ਫਰੰਟ ਤੇ ਗਏ। ਉੱਥੋਂ ਫਿਰ ਅਸੀਂ ਉੱਦਾਂ ਹੀ ਤੋੜ ਦਿੱਤਾ ਵੀ ਜਿਹੜੀ ਵੀ ਕਾਰ ਉੱਥੇ ਪਹਿਲੀ ਖੜੀ ਸੀਗੀ ਬ੍ਰਿਜ ਦੇ ਲਾਗੇ, ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਮੋਟਰਸਾਈਕਲ ਦੇ ਪਿੱਛੇ ਲਾ ਕੇ ਤੇ ਆਪਾਂ ਸ਼ੁਰੂ ਕਰੀਏ ਜੀ। ਜੀ ਬਿਲਕੁਲ ਰਾਜਕਨ ਨੈਨਦੀਪ, ਤੇ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ। ਸਾਡਾ ਜਿਹੜਾ ਸਾਥੀ ਸੀ ਪ੍ਰਭਜੋਤ ਧਾਮੀ, ਜਿਹਨੇ ਬੇਕਰਸਫੀਲਡ ਤੋਂ ਕਵਰੇਜ ਸ਼ੁਰੂ ਕੀਤੀ ਸੀ, ਤੜਕੇ 6 ਵਜੇ ਉਹ ਤੁਰਿਆ ਉੱਥੋਂ ਕਵਰੇਜ ਕਰਕੇ ਟਰੱਕ ਦੇ ਵਿੱਚ। ਕਹਿੰਦਾ ਵੀ ਮੈਂ ਅੰਕਲ ਜੀ 8:30 ਵਜੇ ਸੈਨ ਫਰਾਂਸਿਸਕੋ ਤੋਂ ਵਾਪਸ ਤੁਰਿਆ ਤੇ ਤੜਕੇ ਫਿਰ 2:30 ਵਜੇ ਉਹ ਪਹੁੰਚੇ ਜਾ ਕੇ। ਇੰਨੇ ਦੂਰੋਂ ਲੋਕ ਆਏ ਸੀ ਤੇ ਇੰਨਾ ਟਾਈਮ ਉਹਨੇ ਜਿਹੜਾ ਸਪੈਂਡ ਕੀਤਾ ਹੈਗਾ। ਜੀ ਬਿਲਕੁਲ। ਸੋ ਓਵਰਆਲ ਬਹੁਤ ਪੋਜ਼ਿਟਿਵ ਰਿਹਾ ਸਾਨੂੰ ਕਈ ਜੀ। ਸਾਲਾਂ ਆਇਆ ਸੀ ਕਿ ਲੋਕਾਂ ਈਵਨ ਕਈ ਬਹੁਤ ਹੀ ਨਹੀਂ, ਪਰ ਇੱਕ ਤੋਂ ਬੰਦੇ ਸਿਐਟਲ ਦੇ ਐਂਡ ਆਲਸੋ ਐਰੀਜ਼ੋਨਾ ਤੋਂ ਵੀ ਆਏ ਸੀਗੇ ਜੀ you know ਫੀਨਿਕਸ obviously ਤੋਂ। majority of obviously मतलब California is most likely the area is very close to Mexico ਜੀ ਕਈ ਮਤਲਬ ਸੰਗਤ even ਇੰਨੀ ਦੂਰੋਂ ਸਿਐਟਲ ਤੇ even ਐਰੀਜ਼ੋਨਾ ਤੋਂ ਆਏ ਸੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਨੈਨਦੀਪ, ਬਹੁਤ ਬਹੁਤ ਸ਼ੁਕਰੀਆ ਗੁਰਜੀਤ, ਤੁਸੀਂ ਜਿਹੜੀ ਆ ਇਸ ਨੂੰ ਜਿਹੜੀ ਆਵਾਜ਼ ਦਿੱਤੀ ਤੇ ਪੂਰੇ ਕੈਲੀਫੋਰਨੀਆ ਨੇ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਆ। ਤੇ ਉਮੀਦ ਕਰਦੇ ਹਾਂ ਵੀ ਅਜਿਹੇ ਪ੍ਰੋਟੈਸਟ, ਅਜਿਹੇ ਰੈਲੀਜ਼ ਨੂੰ ਦੇਖ ਕੇ ਜਿਹੜੀ ਉੱਥੇ ਦੀ ਸਰਕਾਰ ਆ ਉਹਨਾਂ ਦੇ ਕੰਨ ਹੋਣ ਤੇ ਉਹਨਾਂ ਉੱਤੇ ਦਬਾਅ ਜਿਹੜਾ ਆ ਹੋਰ ਜ਼ਿਆਦਾ ਵਧੇ। ਜੀ ਥੈਂਕ ਯੂ, ਧੰਨਵਾਦ ਭਾਈ। ਮੈਂ ਅਭੀ ਇੱਕੋ ਹੀ ਗੱਲ ਸਿਰਫ ਕਹਿਣੀ ਚਾਹੁੰਦਾ ਵੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਹਿ ਲਓ ਵੀ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਇੰਨਾ ਉਤਸ਼ਾਹ ਦਿਖਾਇਆ। ਪਰ ਉਹ ਸਾਡਾ ਹੀ ਸੱਦਾ ਨਹੀਂ, ਉਹ ਤੇ ਉਹ ਸੱਦੇ ਦੀ ਉਡੀਕ ਹੀ ਕਰ ਰਹੇ ਸੀਗੇ। ਉਹ ਮਤਲਬ ਸਾਡੇ ਉੱਥੋਂ ਭੈਣਾਂ ਭਰਾ ਜਿਹੜੇ ਬੈਠੇ ਨੇ ਮੋਰਚਾ ਲਾ ਕੇ, ਉਹਨਾਂ ਦਾ ਹੀ ਸੱਦਾ ਸੀਗਾ। ਇਸੇ ਕਰਕੇ ਇੱਦਾਂ ਹੋਇਆ, ਨਹੀਂ ਤੇ ਸਾਡੇ ਸੱਦੇ ਤੇ ਥੋੜ੍ਹੀ ਇੱਦਾਂ ਹੋਣਾ ਸੀ। ਸਾਡਾ ਤੇ ਅਸੀਂ ਕਹਿ ਲਓ ਵੀ ਉਹਦੇ ਮੋਹਰਾ ਬਣੇ ਸੀਗੇ ਉਸ ਸੱਦੇ ਨੂੰ ਦੇਣ ਦਾ। ਬਾਕੀ ਇਹ ਸੱਦਾ ਤੇ ਉਹਨਾਂ ਦਾ ਸੀਗਾ ਜਿਹਦੇ ਕਰਕੇ ਇੰਨੀ ਸੰਗਤ ਉੱਥੇ ਸਾਰੀ ਪਹੁੰਚੀ ਹੈ। ਫਿਰ ਵੀ ਜੇਕਰ ਕਿਸੇ ਤਰ੍ਹਾਂ ਵੀ ਕੋਈ ਤਰੱਕੀ ਰਹਿ ਗਈ ਹੋਏ ਜਾਂ ਇਹ ਨਹੀਂ ਵੀ ਕਿਸੇ ਤਰ੍ਹਾਂ ਰਹਿ ਗਈ ਹੋਏ, ਬਹੁਤ ਜ਼ਿਆਦਾ ਰਹੀਆਂ ਹੋਣਗੀਆਂ, ਉਹਦੇ ਲਈ ਅਸੀਂ ਜਿੱਥੋਂ ਤੱਕ ਰਿਸਪੋਂਸੀਬਲ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਸਾਰੀ ਸੰਗਤ ਤੋਂ। ਜੇਕਰ ਕਿਸੇ ਨੂੰ ਸਾਡੇ ਕਰਕੇ ਜਾਂ ਹੋਰ ਉਸ ਇਵੈਂਟ ਤੋਂ ਹੋ ਕੇ ਕਿਸੇ ਤਰ੍ਹਾਂ ਕਿਸੇ ਨੂੰ ਤਕਲੀਫ ਹੋਈ ਹੋਏ ਤੇ ਉਹਦੀ ਅਸੀਂ ਆਪਣੇ ਵੱਲੋਂ ਉਹਦੀ ਰਿਸਪੋਂਸੀਬਿਲਿਟੀ ਲੈ ਕੇ ਉਹਦੀ ਮਾਫੀ ਮੰਗਦੇ ਹਾਂ। ਬਾਕੀ ਸੰਗਤ ਨੇ ਜਿੰਨਾ ਪਿਆਰ ਦਿਖਾਇਆ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਆਪਣੇ ਨਾਲ ਕੁਛ ਹੋਰ ਕਾਲਰ ਵੀ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜਾ ਜੀ ਉਹ ਸੁਣਦੇ ਹਾਂ। ਇਸ ਮੌਕੇ ਆਪਣੇ ਨਾਲ ਜੁੜੇ ਹੋਏ ਨੇ ਦਲਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ USA ਤੇ ਜੈਕਾਰਾ ਮੂਵਮੈਂਟ ਨੂੰ ਦੋਵਾਂ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ। ਮੈਂ ਦਲਬੀਰ ਸਿੰਘ ਬੈਕਰਫੀਲਡ ਤੋਂ, ਤੇ ਮੈਂ ਗੁਰੂ ਫਤਿਹ ਸਾਂਝੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਲਾਈਫ ਦੇ ਵਿੱਚ ਪਹਿਲਾ ਸਮਾਂ ਇਸ ਤਰ੍ਹਾਂ ਦਾ ਆਇਆ ਕਿ ਬਿਨਾਂ ਕਿਸੇ ਬਿਲਡਿੰਗ ਤੋਂ, ਬਿਨਾਂ ਕਿਸੇ ਅਗਵਾਈ ਕੀਤੇ ਤੋਂ, ਬਿਨਾਂ ਕਿਸੇ ਪ੍ਰਧਾਨ ਜਾਂ ਹੋਰ ਅਹੁਦੇ ਤੋਂ ਬਿਨਾਂ ਏਡਾ ਵੱਡਾ ਕਾਰਜ ਕੀਤਾ ਜੀ। ਤੇ ਇਹਦੇ 'ਚ ਪੰਜਾਬੀ ਰੇਡੀਓ USA ਤੇ ਜੈਕਾਰਾ ਮੂਵਮੈਂਟ ਵਾਲੇ, ਇਹਨਾਂ ਨੂੰ ਮੈਂ ਆਪਣੇ ਤਹਿ ਦਿਲੋਂ ਬਹੁਤ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਥੋੜ੍ਹੇ ਦਿਨਾਂ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਤੇ ਇੱਕ ਮਿਸਾਲ ਸੈੱਟ ਕਰ ਦਿੱਤੀ ਵੀ ਚੰਗਾ ਕੰਮ ਕਰਨਾ ਹੋਵੇ ਉਹਦੇ ਲਈ ਕਿਸੇ ਬਿਲਡਿੰਗ ਦੀ ਲੋੜ ਨਹੀਂ, ਅਗਵਾਈਆਂ ਕਰਨ ਦੀ ਲੋੜ ਨਹੀਂ, ਸਾਨੂੰ ਹੋਰ ਬਹੁਤਾ ਕੁਛ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਨਹੀਂ। ਚੰਗੇ ਕੰਮ ਲਈ ਲੋਕ ਆਪ ਮੁਹਾਰੇ ਆਉਂਦੇ। ਮੈਂ ਬੈਕਰਫੀਲਡ ਤੋਂ ਮੈਂ ਘਰੋਂ 5:30 ਤੁਰਿਆ ਸੀ। ਮੈਂ 6 ਵਜੇ ਜਦੋਂ ਗੁਰਦੁਆਰਾ ਸਾਊਥ ਵਿੱਚ ਪਹੁੰਚਿਆ ਨਾ, ਉੱਥੇ ਘੱਟੋ ਘੱਟ 35 ਤੋਂ 40 ਕਾਰਾਂ। ਮੈਂ ਹੈਰਾਨ ਰਹਿ ਗਿਆ। ਮੈਨੂੰ ਲਗਭਗ 35 ਸਾਲ ਹੋ ਗਏ ਇੱਥੇ ਰਹਿੰਦਿਆਂ, ਤੇ ਐਡਾ ਵੱਡਾ ਕੰਮ ਅਸੀਂ ਯੂਬਾ ਸਿਟੀ ਨਗਰ ਕੀਰਤਨ ਦਾ ਆਯੋਜਿਤ ਕਰਦੇ ਰਹੇ, ਪਰ ਬਹੁਤ ਲੰਮਾ ਸਮਾਂ ਲਾਈਦਾ ਉਹਨਾਂ ਚੀਜ਼ਾਂ ਨੂੰ। ਜੀ ਥੋੜ੍ਹੇ ਦਿਨਾਂ 'ਚ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਉੱਥੋਂ 12 ਵਜੇ ਅਰਦਾਸ ਹੋਈ, ਸਾਡੀ ਬਾਰੀ 1:30 ਵਜੇ ਆਈ ਜਦੋਂ ਸਾਡੀ ਕਾਰ ਤੁਰੀ, ਤੇ ਮੈਂ 6 ਵਜੇ ਐਮਬੈਸੀ ਦੇ ਉਹ ਕ੍ਰੋਸ ਤੋਂ ਉੱਥੋਂ ਅਸੀਂ ਗੁਜ਼ਰੇ ਤੇ 12 ਵਜੇ ਮੁੜ ਕੇ ਫਿਰ ਬੈਕਰਫੀਲਡ ਪਹੁੰਚੇ। ਸੋ ਮੈਂ ਰਲਾ ਮਿਲਾ ਕੇ
ਇਹ ਗੱਲ ਕਹਿਣੀ ਚਾਹੁੰਦਾ ਵੀ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੇ ਸਾਡੇ ਜਕਾਰਾ ਮੂਵਮੈਂਟ ਵਾਲੇ ਬੱਚੇ ਆ, ਅਸੀਂ ਇਹਨਾਂ ਤੋਂ ਬਹੁਤ ਵੱਡੀਆਂ ਆਸਾਂ ਉਮੀਦਾਂ ਰੱਖ ਸਕਦੇ ਹਾਂ ਜੇ ਅਸੀਂ ਇਹਨਾਂ ਦਾ, ਜਿੱਥੇ ਇਹ ਚੰਗੇ ਕੰਮ ਕਰਦੇ ਅਸੀਂ ਥੋੜ੍ਹਾ ਜਿਹਾ ਸਾਥ ਦਈਏ। ਜਿਹੜੇ ਅਸੀਂ ਚਿਰਾਂ ਦੇ ਆਏ ਹਾਂ ਜਾਂ ਲੀਡਰਸ਼ਿਪ ਨੂੰ ਅਸੀਂ ਆਪਣੇ ਆਪ 'ਚ ਅੱਗੇ ਵਧਾਉਣਾ ਚਾਹੁੰਦੇ ਹਾਂ, ਇਹਨਾਂ ਚੀਜ਼ਾਂ ਨੂੰ ਛੱਡ ਕੇ, ਜਿਵੇਂ ਭਾਈ ਸਾਹਿਬ ਨੇ ਬਹੁਤ ਚੰਗੇ ਨੁਕਤੇ ਸਾਂਝੇ ਕੀਤੇ, ਇਹਨਾਂ ਬੱਚਿਆਂ ਨੇ ਪ੍ਰਬੰਧ ਕੀਤਾ। ਸਿਆਣਪ ਤਾਂ ਇਹ ਸੀ ਕਿ ਅਸੀਂ ਇਹਨਾਂ ਦੇ ਪ੍ਰਬੰਧ ਦੇ ਵਿੱਚ ਅਸੀਂ ਕੰਮ ਕਰਦੇ ਜੀ। ਜੋ ਉੱਥੇ ਗੱਲ ਕੀਤੀ, ਇਸ਼ਾਰਾ ਕੀਤੀ, ਦੇਖੋ ਅਸੀਂ ਵੀ ਅੰਮ੍ਰਿਤਧਾਰੀ, ਮੈਂ ਕਥਾਵਾਚਕ ਹਾਂ ਗੁਰੂ ਘਰ ਦੇ ਵਿੱਚ, ਅਸੀਂ ਵੀ ਖਾਲਸਤਾਨ ਜਾਂ 2020 ਅਸੀਂ ਦਿਲੋਂ ਸਪੋਰਟ ਕਰਦੇ ਹਾਂ। ਅਸੀਂ ਵੋਟਾਂ ਵੀ ਰਜਿਸਟਰਡ ਕਰਾਈਆਂ। ਮੈਨੂੰ ਪਹਿਲਾਂ ਹੀ ਪਤਾ ਸੀ ਜੋ ਕੁਛ ਉੱਥੇ ਥੋੜ੍ਹਾ ਜਿਹਾ ਹੋ ਰਿਹਾ, ਉਹ ਇਹਨਾਂ ਬੱਚਿਆਂ ਦੇ ਪ੍ਰਬੰਧ ਤੋਂ ਬਾਹਰ ਹੋ ਕੇ ਉਹ ਚੀਜ਼ਾਂ ਹੋਈਆਂ। ਉਹਦੇ ਬਾਰੇ ਭਾਈ ਸਾਹਿਬ ਆਪਾਂ ਨਾ ਸ਼ਾਮ ਨੂੰ ਜਿਹੜਾ 4 ਵਜੇ ਸ਼ੋਅ ਹੋਣਾ, 4 ਤੋਂ 5:30, ਉਹਦੇ 'ਚ ਕਰਾਂਗੇ। ਹੁਣ ਤਾਂ ਸਿਰਫ ਆਪਾਂ ਥੈਂਕ ਯੂ ਕਰਨਾ ਸੀ ਜਿਹੜੇ ਜਿੰਨੇ ਵੀ ਸਾਡੇ ਤੁਸੀਂ ਜਿਸ ਤਰ੍ਹਾਂ ਸਾਰੇ ਭੈਣ ਭਾਈ ਆਏ ਆ। ਹਾਂਜੀ, ਬਹੁਤ ਵੱਡੇ ਕਾਰਜ ਕਰਦੇ ਆ ਤੇ ਮੈਂ ਤਹਿ ਦਿਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਤੇ ਆਪਾਂ ਅਗਲੇ ਕਾਲਰਸ ਉਹਨਾਂ ਦੇ ਵੱਲ ਵੀ ਵੱਧਦੇ ਹਾਂ ਜੀ। ਜੁੜੇ ਨੇ ਆਪਣੇ ਨਾਲ ਬਲਕਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ, ਤੇ ਸਾਰੇ US ਪੰਜਾਬੀ ਰੇਡੀਓ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੈਲੀ ਭਾਜੀ ਬਹੁਤ ਵਧੀਆ ਸੀਗੀ, ਬਹੁਤ ਵਧੀਆ ਇਕੱਠ ਹੋਇਆ, ਜਾਣੀ ਹੱਦ ਤੋਂ ਜ਼ਿਆਦਾ ਹੋਇਆ ਜਿੰਨਾ ਸੋਚਿਆ ਸੀਗਾ। ਪਰ ਇੱਕ ਚੀਜ਼ ਦਾ ਥੋੜਾ ਜਿਹਾ ਅਫਸੋਸ ਰਿਹਾ ਕਿ ਜਿਹੜਾ 2020 ਵਾਲਿਆਂ ਨੇ ਉੱਥੇ ਬੋਲੇ ਤੇ ਰੋਡ ਬਲੌਕ ਕਰਤਾ। ਅਸੀਂ ਖੁਦ ਵੀ 2 ਘੰਟੇ ਲਾਈਨ ਦੇ ਵਿੱਚ ਲੱਗਣ ਤੋਂ ਬਾਅਦ ਵੀ ਅਸੀਂ ਐਮਬੈਸੀ ਦੇ ਮੂਹਰੇ ਜਾ ਨਹੀਂ ਸਕੇ ਕਿ ਬਾਥਰੂਮ ਦਾ ਪ੍ਰੈਸ਼ਰ ਬਣ ਕੇ ਸਾਨੂੰ ਗੱਡੀ ਕੱਢਣੀ ਪਈ। ਅਸੀਂ ਉੱਥੋਂ ਮੂਹਰੇ ਦੀ ਲੰਘ ਨਹੀਂ ਸਕੇ ਐਮਬੈਸੀ ਵਿੱਚੋਂ। ਅਸੀਂ ਉਸ ਦਾ ਵਿਰੋਧ ਨਹੀਂ ਕਰਦੇ, ਅਸੀਂ ਉਹਨਾਂ ਦੇ ਹੱਕ 'ਚ ਹਾਂ, ਬਟ ਉਹਨਾਂ ਨੇ ਸਮਾਂ ਨਹੀਂ ਸਹੀ ਚੁਣਿਆ ਜੀ। ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਸੰਜਮ ਨਾਲ ਚੱਲਣਾ ਚਾਹੀਦਾ। ਜੇ ਉਹਨਾਂ ਦਾ ਪ੍ਰੋਗਰਾਮ ਹੋਵੇ, ਉਹਨਾਂ ਨੂੰ ਵੀ ਬਹੁਤ ਸਪੋਰਟ ਮਿਲਦੀ ਆ। ਤੇ ਜਿਹੜਾ ਜਿਸ ਕੰਮ ਵਾਸਤੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ, ਜੇਕਰ ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਚੱਲਦੇ ਤੇ ਮੈਂ ਕਹਿੰਦਾ ਹੋਰ ਵੀ ਵੱਡਾ ਸੰਦੇਸ਼ ਜਾਣਾ ਸੀ। ਹੁਣ ਇੱਥੇ ਕਈ ਨਿਊਜ਼ ਚੈਨਲਾਂ ਨੇ ਇਸ ਚੀਜ਼ ਨੂੰ ਕਵਰ ਕੀਤਾ ਕਿ ਉੱਥੇ ਏਦਾਂ ਜੀ ਉਹ ਨਾ ਲੱਗਦੇ ਸੀ ਕੁਛ ਵੀ। ਇੱਕ ਉਹਨਾਂ ਨੂੰ ਰੋਡ ਨਹੀਂ ਸੀ ਬਲੌਕ ਕਰਨਾ ਚਾਹੀਦਾ। ਠੀਕ ਹੈ ਜੀ, ਉਹਨਾਂ ਨੇ ਕਰਨਾ ਵੀ ਸੀ, ਆਪਣਾ ਸਾਈਡ ਤੇ ਖੜੇ ਕਰੀ ਜਾਂਦੇ। ਜਿਹੜੀ ਟ੍ਰੈਫਿਕ ਸੀ ਉੱਥੋਂ ਲੰਘਦੀ ਰਹਿਣੀ ਚਾਹੀਦੀ ਸੀ। ਉਹ ਘੰਟਾ 1.5 ਘੰਟਾ ਜਿਹੜੀ ਟ੍ਰੈਫਿਕ ਬੰਦ ਰਹੀ, ਉਹਦੇ ਵਿੱਚ ਬਹੁਤ ਬੰਦਿਆਂ ਨੂੰ ਪਰੇਸ਼ਾਨੀ ਆਈ ਕਿ ਬੰਦਿਆਂ ਦੇ ਮਨ 'ਚ ਗੁੱਸਾ ਵੀ ਆਇਆ ਕਿ ਐਡੀ ਦੂਰੋਂ ਤੋਂ ਚੱਲ ਕੇ ਆਏ ਸੀਗੇ ਤੇ ਉਹ ਜਾਣੀ ਕਿ ਐਮਬੈਸੀ ਦੇ ਮੋਹਰ ਦੀ ਲੰਘ ਨਹੀਂ ਸਕੇ। ਮੈਂ ਖੁਦ ਹੀ ਲੰਘ ਸਕਿਆ ਜੀ। ਸਿੱਧੀ ਗੱਲ, ਮੈਨੂੰ ਇਸ ਗੱਲ ਦਾ ਬਹੁਤ ਦੁੱਖ ਵੀ ਆ। ਬਾਕੀ ਮੈਂ ਬਹੁਤ ਧੰਨਵਾਦ ਕਰਦਾ ਜਕਾਰਾ ਮੂਵਮੈਂਟ ਵਾਲਿਆਂ ਦਾ ਤੇ ਤੁਹਾਡਾ ਰੇਡੀਓ ਸਟੇਸ਼ਨ ਦਾ, ਜਿਨ੍ਹਾਂ ਨੇ ਇੰਨੀ ਵਧੀਆ ਉਪਰਾਲਾ ਕੀਤਾ। ਸਾਰੀ ਕਵਰੇਜ ਤੁਸੀਂ ਦਿਖਾਈ, ਲਾਈਵ ਵੀ ਦਿਖਾਈ, ਰੇਡੀਓ ਤੇ ਵੀ। ਮੈਂ ਕਾਲ ਵੀ ਕੀਤੀ ਸੀ ਰੇਡੀਓ ਸਟੇਸ਼ਨ ਤੇ ਜੀ, ਉੱਥੇ ਤੁਸੀਂ ਜੇ ਕਹਿ ਕੇ ਬੰਦਾ ਕੋ ਮੂਹਰੇ ਹੈਗਾ ਤੇ ਰੋਡ ਖੁਲਵਾਓ। ਕਿ ਦੇਖੋ ਬੱਚੇ ਆ ਵਿੱਚ ਭਾਜੀ, ਬੱਚਿਆਂ ਨੂੰ ਬਾਥਰੂਮ ਵੀ ਜਾਣਾ, ਜੇਕਰ ਬੱਚੇ ਨੂੰ ਭੁੱਖ ਲੱਗ ਸਕਦੀ ਹੈ, ਸਿਆਣਾ ਬੰਦਾ ਵੀ ਆ। ਬਿਲਕੁਲ ਭਾਜੀ, ਅਸੀਂ ਤਿੰਨੇ ਜਾਣੇ ਨਾ, ਮੈਂ, ਹਰਵਿੰਦਰ ਸਿੰਘ ਕੰਗ ਤੇ ਰਾਜਕਨਵੀਰ, ਅਸੀਂ ਤਿੰਨਾਂ ਨੇ ਬਾਰ-ਬਾਰ ਉੱਥੇ ਮਿਹਨਤਾਂ ਵੀ ਕੀਤੀਆਂ ਪੁਲਿਸ ਵਾਲਿਆਂ ਨੂੰ। ਪੁਲਿਸ ਵਾਲੇ ਕਹਿੰਦੇ ਤੁਸੀਂ ਰੋਡ ਬੰਦੇ ਜਿੰਨੇ ਖੜੇ ਆ ਉਹਨਾਂ ਨੂੰ ਸਾਈਡ ਤੇ ਕਰ ਦਿਓ, ਅਸੀਂ ਖੋਲ ਦਿੰਦੇ ਆ। ਪਰ ਉੱਥੇ ਕੋਈ ਸੁਣਦਾ ਨਹੀਂ ਸੀ। ਜੋ ਉਹਦੇ ਲਈ ਸਾਰੇ ਮਾਫੀ ਵੀ ਮੰਗਦੇ ਆ। ਆਪਾਂ ਤਾਂ ਕੋਸ਼ਿਸ਼ ਕੀਤੀ ਹੈਗੀ, ਪਰ ਉਹਦੇ ਲਈ ਨਾ ਸਪੈਸ਼ਲ 4 ਤੋਂ 5:30 ਕੀ ਖਾਮੀਆਂ ਰਹਿ ਗਈਆਂ, ਕੀ ਪ੍ਰਾਪਤੀਆਂ ਕੀਤੀਆਂ, ਉਹ ਸ਼ੋਅ ਹੋਊਗਾ। ਹੁਣ ਤਾਂ ਸਿਰਫ ਆਪਾਂ ਸਾਰਿਆਂ ਦਾ ਧੰਨਵਾਦ ਹੀ ਕਰਨਾ ਸੀ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ। ਥੈਂਕ ਯੂ ਬਲਕਾਰ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ, ਤੁਸੀਂ ਬਹੁਤ ਵਧੀਆ ਕਵਰੇਜ ਕੀਤੀ ਆ ਔਰ ਬੜਾ ਵਧੀਆ ਸੁਨੇਹਾ ਗਿਆ ਇੰਡੀਆ ਗੌਰਮੈਂਟ ਤੱਕ। ਤੇ ਇੱਥੇ ਦੇ ਵੀ ਜਿਹੜਾ ਚੈਨਲਾਂ ਨੇ ਕਵਰ ਕੀਤਾ, ਨਿਊਜ਼ ਦਿਖਾਈ ਆ। ਚਲੋ ਕੁਛ ਨਾ ਕੁਛ ਇਸ ਹੱਕ ਦੇ ਵਿੱਚ ਉਹਨਾਂ ਨੂੰ ਸਪੋਰਟ ਮਿਲੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇਹਦੇ ਨਾਲ ਇਹ ਆ ਹਰਜੋਤ ਸਿੰਘ ਜੀ, ਦੇਖੋ ਖੇਤੀ ਪ੍ਰਧਾਨ ਸੂਬਾ ਹੀ ਆ ਕੈਲੀਫੋਰਨੀਆ ਵੀ, ਨੋ ਡਾਊਟ। ਸਿਲੀਕਨ ਵੈਲੀ ਜਿਹੜੀ ਇੱਥੇ ਹੈਗੀ ਆ, ਟੈਕਨੋਲੋਜੀ ਦਾ ਵੀ ਇੱਥੇ ਬਹੁਤ ਜਿਹੜਾ ਵੱਡਾ ਪੱਧਰ ਦੇ ਉੱਤੇ ਪਸਾਰ ਹੈਗਾ ਆ। ਪਰ ਖੇਤੀ ਦੇ ਨਾਲ ਬਹੁਤ ਜ਼ਿਆਦਾ ਲੋਕ ਜੁੜੇ ਨੇ ਤੇ ਜਦੋਂ ਉਹ ਦੇਖਦੇ ਨੇ, ਨਾਰਾ ਦੇਖਦੇ ਨੇ ਵੀ ਨੋ ਫਾਰਮਰ ਨੋ ਫੂਡ, ਤੇ ਉਹ ਇਸ ਚੀਜ਼ ਦੇ ਨਾਲ ਬਹੁਤ ਜਲਦੀ ਜੁੜਦੇ ਨੇ। ਸੋ ਗਾਂ ਜਿੱਥੇ ਜਿੱਥੇ ਵੀ ਪ੍ਰੋਟੈਸਟ ਜਿਹੜੇ ਹੋ ਰਹੇ ਨੇ, ਬਿਲਕੁਲ ਪੰਜਾਬੀ ਵਿੱਚ ਆਪਣੇ ਜਿਹੜਾ ਆ ਉਹ ਜ਼ਰੂਰ ਤੁਸੀਂ ਲਿਖੋ, ਜਿਹੜੇ ਵੀ ਲਿਖਣੇ ਆ, ਤੇ ਅੰਗਰੇਜ਼ੀ ਵਿੱਚ ਵੀ ਜ਼ਰੂਰ ਵੱਧ ਤੋਂ ਵੱਧ। ਨਾਲ ਜਿਹੜੇ ਆਉਂਦੇ ਜਾਂਦੇ ਸਾਈਡ ਥਾਣੀ ਲੰਘਦੇ ਉਹ ਪੜ੍ਹਦੇ ਨੇ ਵੀ ਕੀ ਜਿਹੜਾ ਉਹ ਲਿਖਿਆ ਆ, ਤੇ ਫਿਰ ਉਸ ਦੇ ਬਾਰੇ ਲੋਕ ਜਿਹੜੇ ਉਹ ਰਿਸਰਚ ਕਰ ਲੈਂਦੇ ਨੇ। ਤੇ ਫਿਰ ਰਿਸਰਚ ਕਰਨ ਤੋਂ ਬਾਅਦ ਦੇ ਵਿੱਚ ਤਾਂ ਫਿਰ ਉਹਨਾਂ ਦਾ ਜਿਹੜਾ ਵੀ ਕੋਈ ਇਨਸਾਨੀ ਹੱਕਾਂ ਵਾਲਾ, ਹਕੂਕਾਂ ਵਾਲਾ ਬੰਦਾ ਹੈ, ਉਹਨਾਂ ਨੇ ਇਸ ਦਾ ਸਮਰਥਨ ਹੀ ਕਰਨਾ ਹੁੰਦਾ ਆ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਚਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਚਰਨਜੀਤ ਸਿੰਘ ਜੀ। ਚਰਨਜੀਤ ਸਿੰਘ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਰਿਹਾ ਜੀ ਤੁਹਾਡਾ ਤੇ ਜਕਾਰਾ ਮੂਵਮੈਂਟ ਵਾਲਿਆਂ ਦਾ। ਮੈਂ ਆਪ ਜਾਣਾ ਚਾਹੁੰਦਾ ਸੀ ਪਰ ਮੈਂ ਮਿਸ ਕਰ ਗਿਆ, ਮੇਰੀ ਸਿਹਤ ਕੋਈ ਠੀਕ ਨਹੀਂ ਸੀ। ਤੇ ਸਾਡੇ ਇੱਥੇ ਸੈਕਰਾਮੈਂਟੋ ਤੋਂ ਪੰਜਾਬੀ ਬਾਜ਼ਾਰ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀ। ਤੋਰਨ ਵਾਸਤੇ ਪਕੌੜੇ ਵਗੈਰਾ ਦਾ ਲੰਗਰ ਲਗਾਇਆ ਹੋਇਆ ਸੀ ਤੇ ਬਹੁਤ ਮੈਂ ਧੰਨਵਾਦ ਕਰਦਾ ਇਹ ਸਾਰਿਆਂ ਨੇ ਕਿਸਾਨਾਂ ਦੀ ਸਪੋਰਟ
ਕੀਤੀ ਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਥੈਂਕ ਯੂ ਜੀ, ਖਾਲਸਾ ਧੰਨਵਾਦ। ਵਾਹਿਗੁਰੂ ਜੀ ਜਿਨ ਕੀ ਕਿਸੇ ਨੇ ਵੀ ਥੋੜਾ ਬਹੁਤਾ ਵੀ ਹਿੱਸਾ ਪਾਇਆ, ਸਾਰਿਆਂ ਦਾ ਬਹੁਤ ਬਹੁਤ ਜਿਹੜਾ ਧੰਨਵਾਦ ਹੈ। ਫਤਿਹ। ਜੀ ਤੇ ਅਗਲੇ ਕਾਲਰ ਨੇ ਆਪਣੇ ਨਾਲ ਹਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹੈਲੋ ਸਤਿ ਜੀ। ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ, ਅਸੀਂ ਵੀ ਗਏ ਸੀਗੇ ਜੀ, ਅਸੀਂ 8 ਮੈਂਬਰ ਸੀ ਘਰ ਦੇ, ਅਸੀਂ 8 ਹੀ ਗਏ ਸੀ। ਅਸੀਂ ਪੂਰੀ ਪਾਰਟੀਸਪੇਟ ਕੀਤੀ ਹੈ, ਬੜਾ ਮਜ਼ਾ ਆਇਆ, ਦੇਖ ਕੇ ਮਾਣ ਵੀ ਹੋਇਆ। ਪਰ ਅਸੀਂ ਉੱਥੇ ਥੋੜਾ ਟਾਈਮ ਰੁਕ ਸਕੇ, ਉੱਥੇ ਜਾਣ ਨੂੰ ਸਾਨੂੰ 4.5 ਘੰਟੇ ਲੱਗ ਗਏ ਰੈਸਟ ਮੂਹਰੇ ਜਾਣ ਨੂੰ। ਪਰ ਮਨ 'ਚ ਇਹ ਨਹੀਂ ਦੁੱਖ ਹੋਇਆ ਵੀ ਅਸੀਂ ਇੱਥੇ ਫਸੇ ਖੜੇ ਹਾਂ, ਸਾਨੂੰ ਰਸਤਾ ਨਹੀਂ ਮਿਲਦਾ ਜਾਂ ਅਸੀਂ ਪਤਾ ਨਹੀਂ ਕਿਵੇਂ ਜਾਵਾਂਗੇ। ਮਨ ਨੂੰ ਓਨੀ ਹੀ ਖੁਸ਼ੀ ਆਈ ਗਈ। ਜੀ ਜੀ ਬਿਲਕੁਲ ਜੀ, ਧੰਨਵਾਦ ਜੀ, ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਜ਼ਿਆਦਾ ਧੰਨਵਾਦ ਹੈ ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਥੈਂਕ ਯੂ ਜੀ। ਜੀ ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇਹ ਸਮਾਪਤ ਆ। ਅਤੇ ਬਿਲਕੁਲ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਸੀਗਾ, ਕਾਫੀ ਲੋਕ ਇਸ ਗੱਲੋਂ ਥੋੜ੍ਹੇ ਜਿਹੇ ਨਿਰਾਸ਼ ਰਹਿ ਗਏ ਵੀ ਅੰਬੈਸੀ ਦੇ ਮੂਹਰੇ ਜਿਹੜੇ ਉਹਨਾਂ ਨੂੰ ਜਾਣ ਦਾ ਮੌਕਾ ਜਿਹੜਾ ਉਹ ਨਹੀਂ ਮਿਲਿਆ। ਚਲੋ ਇਹ ਸਬਕ ਹੁੰਦੇ ਨੇ ਜਿਹੜੇ ਆਉਣ ਵਾਲੀਆਂ ਜਿਹੜੀਆਂ ਇੱਦਾਂ ਦੀਆਂ ਮੂਵਮੈਂਟਸ ਆ ਉਹਨਾਂ ਦੇ ਵਿੱਚ ਆਪਾਂ ਜਿਹੜੇ ਉਹ ਸਿੱਖਣੇ ਆ। ਕਿਉਂਕਿ ਜੇ ਸਾਰੇ ਜਾਣੇ ਹੁਣ ਅੜੀਏ ਕਰਨ, ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਜੇ ਹੁਣ ਉੱਥੇ ਦੀਪ ਸਿੱਧੂ, ਲੱਖਾ ਸਿਧਾਣਾ, ਬਾਕੀ ਜਿਹੜੇ ਕਹਿਣ ਵੀ ਮੈਨੂੰ ਸਟੇਜ 'ਤੇ ਨਹੀਂ ਚੜ੍ਹਨ ਦੇਣਾ, ਜੇ ਉੱਥੇ ਅੜੀਆਂ ਕਰਕੇ ਬਹਿ ਜਾਣ ਵੀ ਨਹੀਂ ਜੀ ਅਸੀਂ ਨਹੀਂ ਕਰਨਾ, ਫਿਰ ਤਾਂ ਖਿੰਡ ਫੁੰਡ ਜਾਣਾ। ਇਹ ਸੰਘਰਸ਼ ਦੇ ਵਿੱਚ ਤਾਂ ਮੇਨ ਜਿਹੜੀ ਮੁੱਦਾ ਤਾਂ ਇਹ ਆ ਵੀ ਸਾਰੇ ਜਾਣਿਆਂ ਨੇ ਮਿਲ ਜੁਲ ਕੇ ਜਿਹੜਾ ਇਸ ਨੂੰ ਅੱਗੇ ਜਿਹੜਾ ਉਹ ਵਧਾਉਣਾ ਆ। ਸੋ ਜ਼ਰੂਰ ਸ਼ਾਮ ਨੂੰ ਜਿਹੜਾ 4 ਤੋਂ 5:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਵੱਧ ਤੋਂ ਵੱਧ ਤੁਸੀਂ ਰੱਖਿਓ ਵੀ ਜਿਹੜੇ ਪਹੁੰਚੇ ਨੇ। ਕਿਉਂਕਿ ਜਿਹਨੇ ਆਪਣੇ ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਸੁਣ ਰਹੇ ਆ, ਬਹੁਤ ਸਰੋਤੇ ਆਪਾਂ ਨੂੰ ਜਿਹੜੇ ਉੱਥੇ ਉਹ ਮਿਲੇ। ਆਲਦੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਮਾਸਕ ਵਗੈਰਾ ਸਾਰਿਆਂ ਨੇ ਅਸੀਂ ਵੀ ਪਾਏ ਹੋਏ ਸੀਗੇ, ਕਈ ਵਾਰੀ ਪਛਾਣਿਆ ਜਿਹੜਾ ਉਹ ਨਹੀਂ ਜਾਂਦਾ, ਪਰ ਚਲੋ ਕੋਈ ਗੱਲ ਨਹੀਂ। ਇਸ ਅਗਲੀ ਵਾਰ ਜਦੋਂ ਕੋਵਿਡ ਦੀ ਸਮੱਸਿਆ ਜਿਹੜੀ ਹਟ ਜਾਊਗੀ, ਫਿਰ ਚੱਜ ਦੇ ਨਾਲ ਜਿਹੜੇ ਮਿਲਦੇ ਆ, ਕਿਉਂਕਿ ਸਾਰਿਆਂ ਦਾ ਜੀਅ ਕਰਦਾ ਹੁੰਦਾ ਜੱਫੀਆਂ ਪਾ ਕੇ ਮਿਲੀਏ, ਪਰ ਚਲੋ ਕੋਈ ਨਹੀਂ। ਇਹ ਹਾਲਾਤ ਜਿਹੜੇ ਜਦੋਂ ਸੁਖਾਲੇ ਜਿਹੜੇ ਹੋਣਗੇ ਤਾਂ ਫਿਰ ਆਪਾਂ ਜਦੋਂ ਸਾਰੇ ਜਾਣੇ ਮਿਲਾਂਗੇ। ਪਰ ਬਹੁਤ ਸਾਰੇ ਸਰੋਤਿਆਂ ਦਾ ਸਨੇਹ, ਪਿਆਰ, ਮੁਹੱਬਤ ਜਿਹੜੀ ਉੱਥੇ ਆਪਾਂ ਨੂੰ ਮਿਲੀ ਆ। ਤੁਸੀਂ ਸਾਡੀ ਕਵਰੇਜ ਨੂੰ ਪਸੰਦ ਕੀਤਾ ਆ, ਅਤੇ ਤੁਸੀਂ ਜਿਹੜਾ ਸਭ ਤੋਂ ਵੱਡੀ ਗੱਲ ਇਹ ਆ ਵੀ ਉੱਥੇ ਬੈਠੇ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਆ। ਇੱਥੇ ਪਹੁੰਚੇ ਹੋ, ਬਹੁਤ ਸਾਰੇ ਜਿਹੜੇ ਲੋਕਾਂ ਨੇ ਕੰਮਕਾਰ ਛੱਡ ਕੇ ਜਿਹੜੇ ਆ ਉਹ ਇੱਥੇ ਆਏ, ਛੁੱਟੀਆਂ ਲੈ ਕੇ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਆ। ਸੋ ਉਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ, ਸਾਰੇ ਜਥੇਬੰਦੀਆਂ ਦਾ ਜਿਨ੍ਹਾਂ ਨੇ ਇਸ ਦੇ ਵਿੱਚ ਜਿਹੜਾ ਯੋਗਦਾਨ ਪਾਇਆ, ਸਮਰਥਨ ਜਿਹੜਾ ਇਹਨਾਂ ਨੇ ਕੀਤਾ, ਅਤੇ ਉਹਨਾਂ ਦਾ ਧੰਨਵਾਦ। ਅਤੇ ਆਓ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਵੀ ਕੋਈ ਹਿਊਮਨ ਰਾਈਟਸ ਦਾ ਮਸਲਾ, ਇੱਦਾਂ ਦਾ ਆਪਣੇ ਭੈਣਾਂ ਭਰਾਵਾਂ ਦਾ ਜਿਹੜਾ ਮਸਲਾ ਆ, ਉਹਨਾਂ ਦੇ ਵਿੱਚ ਹਮੇਸ਼ਾ ਹੀ ਹੱਕ ਹਕੂਕ ਦੀ ਆਵਾਜ਼ ਜਿਹੜੀ ਉਹ ਬਣ ਕੇ ਉਹਨਾਂ ਦੇ ਨਾਲ ਜਿਹੜੇ ਉਹ ਖੜੇ ਰਹੀਏ। ਅਤੇ ਹਰਜੋਤ ਸਿੰਘ ਜੀ ਹੁਣ ਆਪਾਂ ਇਜਾਜ਼ਤ ਲਈਏ ਜੀ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਮਲ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।